ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਅਨਕਾਏ ਰਤੜਿਆ ਵਾਟ ਦੁਹੇਲੀ ਰਾਮ। ਪਾਪ ਕਮਾਵੰਦਿਆ ਤੇਰਾ ਕੋਏ ਨਾ ਬੇਲੀ ਰਾਮ। ਕੋਏ ਨਾ ਬੇਲੀ ਹੋਵੈ ਤੇਰਾ ਸਦਾ ਪਛੋਤਾਵਹਿ। ਗੁਣ ਗੋਪਾਲ ਨਾ ਜਪਹਿ ਰਸਨਾ ਫਿਰ ਕਦੋਂ ਸੇ ਦੇਹ ਆਵੈ। ਤਰਵਰ ਵਿਸ਼ੁਨੇ ਨਹਿ ਪਾਤ ਜੁੜਤੇ ਜਮ ਮਾਗ ਗੌਨ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤੁ ਦੁਹੇਲੀ। ਜਿਉ ਬੁਲਾਵੈ ਹੈ ਤਿਉ ਬੋਲੇ ਸੁਆਮੀ। ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਜੀਤਾ ਜਿਉ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹੋਂ ਕਰੀ ਵਖਿਆਨ। ਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤਕ ਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਪੰਜਵਾ। ਘਰ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਣ ਇਹਾ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਤਾਂ ਕੀ ਨਿਰਮਲ ਰੀਤ ਰਹਾਉ। ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਹਰਿ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਕੋਈ ਜਾਣੈ ਕਵਣ ਇਹਾ ਜਗ ਮੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ।
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ਿਸ਼ ਕਰਦਿਆਂ ਹੋਇਆਂ ਗੁਰੂ ਕੀ ਬਾਣੀ ਪੜ੍ਹਨ ਵਾਸਤੇ, ਸਰਵਨ ਕਰਨ ਵਾਸਤੇ, ਦਰਸ਼ਨ ਕਰਨ ਵਾਸਤੇ ਪ੍ਰਾਪਤ ਹੋ ਰਹੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਬਚਨ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ, ਇਹ ਗੁਰਬਾਣੀ ਨਿਰੰਕਾਰ ਦਾ ਸਰੂਪ ਹੈ, ਪਰਮੇਸ਼ਰ ਦਾ ਸਰੂਪ ਇਹ ਬਾਣੀ ਹੈ, ਜਿਸ ਦੇ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ। ਇਸ ਵੇਲੇ ਮਹਾਰਾਜ ਜੀ ਲੜੀਵਾਰ ਕਥਾ ਦੇ ਅੰਦਰ ਸਾਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸੋ ਹਰ ਰੋਜ਼ ਦੇ ਵਾਂਗ ਜਿਵੇਂ ਮਹਾਰਾਜ ਕਿਰਪਾ ਕਰਦੇ, ਆਓ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹਲਾ ਪੰਜਵਾਂ ਘਰ ਤੀਜਾ। ਜੈਤ ਸ੍ਰੀ ਰਾਗ ਦੇ ਅੰਦਰ ਗੁਰਮੁਖੋ ਇਥੋਂ ਪੰਜਵੇਂ ਪਾਤਸ਼ਾਹ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਇਸ ਰਾਗ ਦੇ ਅੰਦਰ ਪਹਿਲਾਂ ਆਪਾਂ 11 ਸ਼ਬਦ ਜਿਹੜੇ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਸਰਵਨ ਕੀਤੇ। ਅੱਜ ਦਾ ਇਹ ਜੋ ਸ਼ਬਦ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਆਪਾਂ ਨੂੰ ਪ੍ਰਾਪਤ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਦੇ 700 ਅੰਗ ਦੇ ਉੱਪਰ ਇਹ ਸ਼ਬਦ ਮਹਾਰਾਜ ਜੀ ਨੇ ਅੰਕਿਤ ਕੀਤਾ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਜੈਸਰੀ ਰਾਗ ਦੇ ਅੰਦਰ ਉਪਦੇਸ਼ ਬਖਸ਼ਦੇ। ਘਰ ਤੀਜਾ, ਤੀਜੇ ਘਰ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਬਖਸ਼ਿਸ਼ ਕਰਦੇ ਨੇ। ਮਹਾਰਾਜ ਫਰਮਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਸਾਰਿਆਂ ਤੋਂ ਪਹਿਲਾਂ ਮੰਗਲਾਚਰਨ ਕਰਦੇ। ਮੰਗਲਾਚਰਨ ਕੀ ਹੈ? ਪਰਮਾਤਮਾ ਦਾ ਨਾਮ ਲੈਣਾ, ਪਰਮਾਤਮਾ ਦੀ ਓਟ ਲੈਣੀ, ਆਸਰਾ ਲੈਣਾ, ਸ਼ੁਕਰਾਨਾ ਕਰਨਾ, ਇਹ ਹੈ ਮੰਗਲਾਚਰਨ। ਬਚਨ ਲਿਖਦੇ ਇੱਕ ਓੰਕਾਰ, ਪਰਮਾਤਮਾ ਇੱਕ ਹੈ, ਉਹਦੇ ਵਰਗਾ ਦੂਜਾ ਨਾ ਕੋਈ ਹੋਇਆ ਹੈ ਨਾ ਕੋਈ ਹੋਵੇਗਾ। ਸਤਿਗੁਰ ਪ੍ਰਸਾਦ, ਐਸੇ ਅਕਾਲ ਪੁਰਖ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਗੁਰੂ ਦੀ ਪ੍ਰਸੰਨਤਾ ਲੈਣੀ ਪਵੇਗੀ, ਗੁਰੂ ਦੀ ਖੁਸ਼ੀ ਲੈਣੀ ਪਵੇਗੀ, ਤਾਂ ਉਹ ਪਰਮਾਤਮਾ ਪ੍ਰਾਪਤ ਹੁੰਦਾ ਹੈ। ਕੋਈ ਜਾਣੈ ਕਵਨ ਇਹਾ ਜਗ ਮੀਤ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਕੋਈ ਜਾਣੈ, ਕੌਣ ਜਾਣਦਾ ਹੈ? ਦੁਨੀਆ ਦੇ ਵਿੱਚ ਕੋਈ ਐਸਾ ਵਿਅਕਤੀ ਹੈ ਜਿਹੜਾ ਇਸ ਗੱਲ ਨੂੰ ਜਾਣਦਾ? ਮਹਾਰਾਜ ਗੱਲ ਤੇ ਹਾਲੇ ਦੱਸੀ ਨਹੀਂ, ਸਵਾਲ ਪਹਿਲਾਂ ਹੀ ਕਰ ਦਿੱਤਾ। ਪਹਿਲਾਂ ਗੱਲ ਪਤਾ ਲੱਗੇ ਫਿਰ ਉਹਦੇ ਵਿੱਚੋਂ ਸਵਾਲ ਦਾ ਪਤਾ ਲੱਗਦਾ। ਆਪ ਜੀ ਪਹਿਲਾਂ ਹੀ ਬਚਨ ਕਰ ਦਿੱਤਾ, ਕੋਈ ਜਾਣੈ, ਕੋਈ ਜਾਣਦਾ ਹੈ ਭਾਈ ਤੁਹਾਡੇ ਵਿੱਚੋਂ, ਸਾਰਿਆਂ ਵਿੱਚੋਂ। ਤੇ ਸਿੱਖ ਬੇਨਤੀ ਕਰਦੇ, ਮਹਾਰਾਜ ਕੀ ਆਪ ਜੀ ਪੁੱਛਣ ਦੀ ਕਿਰਪਾ ਕਰਦੇ ਹੋ? ਤੇ ਮਹਾਰਾਜ ਕਹਿਣ ਲੱਗੇ, ਕਵਨ ਇਹਾਂ ਜਗ ਮੀਤ, ਇਸ ਜਗਤ ਵਿੱਚ ਕੌਣ ਕਿਸੇ ਦਾ ਮਿੱਤਰ ਹੈ? ਕੋਈ ਜਾਣਦਾ ਇਸ ਗੱਲ ਨੂੰ? ਅਸੀਂ ਕਹਿ ਦਿੰਦੇ ਫਲਾਣਾ ਦੋਸਤ ਮੇਰਾ ਜਿਗਰੀ ਯਾਰ ਹੈ, ਫਲਾਣਾ ਭਰਾ ਮੇਰਾ ਬੜਾ ਹੀ ਚੰਗਾ ਹੈ, ਮੇਰੇ ਮਾਂ ਬਾਪ ਬੜਾ ਸਨੇਹ ਕਰਨ ਵਾਲੇ, ਮੇਰੇ ਪੁੱਤ ਪੋਤਰੇ ਬੜੇ ਚੰਗੇ। ਸਾਡੀ ਸੋਚ ਇੱਥੇ ਆ ਕੇ ਖੜ੍ਹ ਜਾਣੀ ਹੈ ਇਹਨਾਂ ਰਿਸ਼ਤੇਦਾਰੀਆਂ ਦੇ ਨਾਲ, ਇਹਨਾਂ ਸਾਕ ਸੰਬੰਧੀਆਂ ਦੇ ਨਾਲ। ਤੇ ਸਤਿਗੁਰੂ ਸਾਨੂੰ ਟੋਂਦੇ ਪਏ, ਪੁੱਛਦੇ ਪਏ, ਕਹਿਣ ਲੱਗੇ ਕੋਈ ਜਾਣੈ, ਕੌਣ ਜਾਣਦਾ ਹੈ? ਕਵਨ ਇਹਾਂ ਜਗ ਮੀਤ, ਇਸ ਸੰਸਾਰ ਵਿੱਚ ਮਿੱਤਰ ਕੌਣ ਹੈ? ਜੇ ਕੋਈ ਬੰਦਾ ਆਖੇ ਨਾ ਵੀ ਪੁੱਤਰ ਮੇਰੇ ਬੜੇ ਲਾਇਕ ਨੇ, ਬੜੇ ਚੰਗੇ ਨੇ, ਤੇ ਗੁਰਮੁਖੋ ਸ਼ਾਹਜਹਾਨ ਦੇ 4 ਪੁੱਤਰ ਸਨ ਤੇ 4 ਪੁੱਤਰਾਂ ਨੂੰ ਹਿੰਦੁਸਤਾਨ ਦਾ ਰਾਜ ਵੰਡਿਆ, ਕਿਸੇ ਨੂੰ ਬੰਗਾਲ ਦਾ, ਕਿਸੇ ਨੂੰ ਅਸਾਮ ਦਾ। ਇੱਕ ਪੁੱਤਰ ਆਪਣੇ ਕੋਲ ਰੱਖ ਲਿਆ। ਵੱਖ-ਵੱਖ ਇਲਾਕਿਆਂ ਦੇ ਗਵਰਨਰ ਲਾ ਦਿੱਤੇ,
ਇਲਾਕੇ ਦੇ ਦਿੱਤੇ, ਰਾਜ ਤੁਸੀਂ ਕਰੋਗੇ। ਤੇ ਜਦੋਂ ਸ਼ਾਹਜਹਾਨ ਬਾਦਸ਼ਾਹ ਬਿਮਾਰ ਹੋਇਆ ਨਾ, ਪੁੱਤਰ ਆਪਸ ਵਿੱਚ ਹੀ ਲੜ ਪਏ। ਲੜ ਕੇ ਤੇ ਇੱਕ ਦੂਜੇ ਨੂੰ ਕਤਲ ਕਰ ਦਿੱਤਾ, ਸਾਰੇ ਹੀ ਮਰ ਗਏ। ਦੋ ਪੁੱਤਰ ਆਪਸ ਵਿੱਚ ਲੜ ਕੇ ਮਰ ਗਏ, ਤੀਜੇ ਨੂੰ ਔਰੰਗਜ਼ੇਬ ਨੇ ਮਾਰ ਦਿੱਤਾ। ਤੇ ਚੌਥਾ ਔਰੰਗਜ਼ੇਬ ਖੁਦ ਹੈ, ਉਹਨੇ ਆਪਣੇ ਬਾਪ ਨੂੰ ਹੀ ਮਾਰ ਦਿੱਤਾ, ਉਹ ਵੀ ਤੜਫਾ ਕੇ, ਦੁੱਖ ਦੇ ਕੇ। ਜਿਸ ਦੇ ਘਰ ਵਿੱਚ ਪੁੱਤਰ ਨਹੀਂ ਹੈ, ਬੱਚਾ ਨਹੀਂ ਹੈ, ਸੰਤਾਨ ਨਹੀਂ, ਉਹ ਦੁਖੀ ਹੈ। ਦੂਜਿਆਂ ਦੇ ਘਰ ਵਿੱਚ ਹੈ, ਮੇਰੇ ਕੋਲ ਨਹੀਂ ਹੈ। ਪਰ ਬਚਨ ਇਹ ਹੈ, ਜਿਨ੍ਹਾਂ ਦੇ ਕੋਲ 4 ਸਨ ਬਾਦਸ਼ਾਹ ਸ਼ਾਹਜਹਾਨ ਵਰਗਿਆਂ ਦੇ, ਦੁਖੀ ਤੇ ਉਹ ਵੀ ਦੁਨੀਆ ਤੋਂ ਗਏ, ਸੁੱਖ ਤੇ ਉਹਨਾਂ ਨੂੰ ਵੀ ਨਹੀਂ ਮਿਲਿਆ। ਮਹਾਰਾਜ ਕਹਿਣ ਲੱਗੇ, ਕੋਈ ਜਾਣੈ, ਕੌਣ ਜਾਣਦਾ ਹੈ ਜਗਤ ਵਿੱਚ ਮਿੱਤਰ ਕੌਣ ਹੈ ਕਿਸੇ ਦਾ, ਸਹਾਈ ਹੋਣ ਵਾਲਾ ਕੌਣ ਹੈ। ਪੁੱਤਰਾਂ ਦਾ ਤੇ ਇਤਿਹਾਸ ਆਪ ਨੇ ਸੁਣ ਲਿਆ। ਤੇ ਜੇ ਕੋਈ ਆਖੇ ਨਾ ਵੀ ਮੇਰੇ ਭਾਈ, ਮੇਰੇ ਭਰਾ ਬੜੇ ਚੰਗੇ ਨੇ। ਮਹਾਰਾਣਾ ਪ੍ਰਤਾਪ ਸਿੰਘ ਹੋਇਆ ਨਾ ਗੁਰਮੁਖੋ, ਬੜਾ ਨਾਮ ਹੈ ਦੁਨੀਆ ਦੇ ਵਿੱਚ। ਤੇ ਰਾਜ ਭਾਗ ਦੀ ਵੰਡ ਤੋਂ ਲੈ ਕੇ ਦੋਨਾਂ ਭਰਾਵਾਂ ਵਿੱਚ ਦੁਸ਼ਮਣੀ ਪੈ ਗਈ, ਤੇ ਵੱਡੇ ਭਰਾ ਨੇ ਆਪਣਾ ਖੰਜਰ ਕੱਢ ਕੇ ਤੇ ਅੱਖ ਵਿੱਚ ਮਾਰ ਕੇ ਇੱਕ ਅੱਖ ਖਰਾਬ ਕਰ ਦਿੱਤੀ। ਇੱਥੇ ਹੀ ਬਸ ਨਹੀਂ, ਦੁਸ਼ਮਣਾਂ ਨਾਲ ਜਾ ਕੇ ਰਲ ਗਿਆ। ਦੁਸ਼ਮਣਾਂ ਨੂੰ ਆਖਿਆ ਵੀ ਤੁਸੀਂ ਮੇਰੇ ਜੇ, ਤੇ ਭਰਾ ਮੇਰਾ ਨਹੀਂ ਹੈ। ਦੁਸ਼ਮਣਾਂ ਦੇ ਨਾਲ ਰਲ ਕੇ ਹੁਣ ਭਰਾ ਨੂੰ ਮਾਰਨਾ ਚਾਹੁੰਦਾ। ਇਹੋ ਜਿਹਾ ਰਲਿਆ ਵੀ ਭਰਾ ਨੂੰ ਦੇਸ਼ ਨਿਕਾਲਾ ਦੇ ਕੇ ਹੀ ਹਟਿਆ। ਜੰਗਲਾਂ ਵਿੱਚ ਜਾ ਕੇ ਵਿਚਾਰੇ ਨੇ ਸਰੀਰ ਛੱਡਿਆ। ਕੋਈ ਆਖਦਾ ਮੇਰੇ ਭਰਾ ਬੜੇ ਚੰਗੇ ਨੇ, ਪਰ ਮਹਾਰਾਣਾ ਪ੍ਰਤਾਪ ਦੇ ਭਰਾ ਨੇ ਭਰਾ ਨਾਲ ਹੀ ਦਗਾ ਕੀਤਾ। ਔਰੰਗਜ਼ੇਬ ਦਾ ਭਰਾ ਦਾਰਾ ਸਕੋ, ਤੇ ਉਹਨੇ ਉਹਦੇ ਨਾਲ ਦਗਾ ਕੀਤਾ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੌਣ ਜਾਣਦਾ ਹੈ, ਕੌਣ ਹੈ ਸੰਸਾਰ ਵਿੱਚ ਕਿਸੇ ਦਾ ਮਿੱਤਰ। ਗੁਰਮੁਖੋ ਕੋਈ ਨਹੀਂ ਜੇ। ਜੇ ਗਿਆਨ ਦੀ ਅੱਖ ਦੇ ਨਾਲ ਵੇਖੀਏ ਤੇ ਕੋਈ ਨਹੀਂ, ਜੇ ਸੰਸਾਰੀ ਅੱਖ ਨਾਲ ਵੇਖੀਏ ਫਿਰ ਤੇ ਸਾਨੂੰ ਸਾਰੇ ਹੀ ਆਪਣੇ ਲੱਗਦੇ। ਪਰ ਉਹਨਾਂ ਸਾਰਿਆਂ ਬਹੁਤਿਆਂ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਸਾਡੇ ਤੇ ਕੋਈ ਮੁਸੀਬਤ ਪੈ ਜਾਵੇ, ਜਦੋਂ ਕੋਈ ਬਿਪਤਾ ਪੈ ਜਾਵੇ, ਕੋਈ ਸੰਕਟ ਪੈ ਜਾਵੇ। ਫਿਰ ਉਹਨਾਂ ਬਹੁਤਿਆਂ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਫਿਰ ਆ ਕੇ ਨਾਲ ਖੜਦਾ। ਨਹੀਂ ਖੜਦੇ ਦੁਨੀਆ ਦੇ ਲੋਕ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜਾਣਦੇ ਹੋ ਦੁਨੀਆ ਵਿੱਚ ਕੌਣ ਕਿਸੇ ਦਾ ਮਿੱਤਰ ਹੈ? ਤੇ ਸਿੱਖਾਂ ਨੇ ਨਾਹ ਦੇ ਵਿੱਚ ਸਿੱਖ ਸਿਰ ਲਾਇਆ, ਮਹਾਰਾਜ ਨਹੀਂ, ਸਾਡੇ ਵਿੱਚ ਇੰਨੀ ਮੱਤ ਸਮੱਤ ਨਹੀਂ ਹੈ, ਸਾਨੂੰ ਇੰਨਾ ਗਿਆਨ ਨਹੀਂ ਹੈ, ਸਾਨੂੰ ਇੰਨੀ ਸੋਝੀ ਨਹੀਂ। ਕਿਰਪਾ ਕਰਕੇ ਆਪ ਦੱਸੋ ਵੀ ਦੁਨੀਆ ਦਾ ਵਰਤਾਰਾ ਕਿਸ ਤਰ੍ਹਾਂ ਦਾ ਹੈ। ਤੇ ਮਹਾਰਾਜ ਫਰਮਾਉਂਦੇ ਹਨ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਮਹਾਰਾਜ ਕਹਿਣ ਲੱਗੇ, ਜਿਹਦੇ ਉੱਪਰ ਪ੍ਰਮਾਤਮਾ ਕਿਰਪਾਲੂ ਹੋ ਜਾਵੇ, ਦਿਆਲੂ ਹੋ ਜਾਵੇ, ਇਸ ਗੱਲ ਨੂੰ ਜਾਣ ਵੀ ਉਹੀ ਸਕਦਾ। ਜਿਹਨੂੰ ਪ੍ਰਮਾਤਮਾ ਵੈਰਾਗ ਬਖਸ਼ਿਸ਼ ਕਰੇ, ਉਹ ਜਾਣਦਾ ਵੀ ਇਹ ਭੈਣਾਂ ਭਰਾ, ਇਹ ਮਿੱਤਰ ਦੋਸਤ, ਇਹ ਪੁੱਤਰ ਧੀਆਂ ਜੋ ਵੀ ਹੈ ਨਾ, ਇਹ ਕੋਈ ਸਹਾਈ ਹੋਣ ਵਾਲਾ ਨਹੀਂ। ਗੁਰਮੁਖੋ ਬਿਪਤਾ ਵਿੱਚ ਤੇ ਸਹਾਇਤਾ ਚਲੋ ਹੋ ਸਕਦਾ ਕੋਈ ਚੰਗਾ ਕਰ ਹੀ ਦੇਵੇ, ਪਰ ਅਸਲ ਵਿੱਚ ਜਾਣਾ ਸਾਰਿਆਂ ਨੇ ਸ਼ਮਸ਼ਾਨ ਤੱਕ ਹੀ ਹੈ। ਸ਼ਮਸ਼ਾਨ ਤੋਂ ਸਾਰੇ ਹੀ ਵਾਪਸ ਆ ਜਾਂਦੇ, ਅੱਗੇ ਇਕੱਲਾ ਹੀ ਜਾਂਦਾ, ਕੋਈ ਨਾਲ ਨਹੀਂ ਕਿਸੇ ਦੇ ਤੁਰਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਗੱਲ ਨੂੰ ਜਾਣਦਾ ਉਹ ਹੈ, ਸਮਝਦਾ ਉਹ ਹੈ, ਜਿਹਦੇ ਉੱਪਰ ਪ੍ਰਮਾਤਮਾ ਕਿਰਪਾਲੂ ਹੋਵੇ, ਜਿਹਦੇ ਤੇ ਪ੍ਰਮਾਤਮਾ ਪ੍ਰਸੰਨ ਹੋਵੇ। ਉਹਨੂੰ ਫਿਰ ਉਹ ਗਿਆਨ ਦੇ ਦਿੰਦਾ, ਉਹ ਭਾਈ ਪਿਆਰਿਆ ਜਿਨ੍ਹਾਂ ਵਾਸਤੇ ਤੂੰ ਦੌੜਿਆ ਫਿਰਦਾ, ਇਹਨਾਂ ਨੇ ਤੇਰੇ ਵਾਸਤੇ ਕੋਈ ਨਹੀਂ ਉਹ ਦੌੜਨਾ। ਤੇ ਕਈਆਂ ਇਲਾਕਿਆਂ ਵਿੱਚ ਅੱਜ ਵੀ ਰਿਵਾਜ ਹੈ, ਜਦੋਂ ਸ਼ਮਸ਼ਾਨ ਦੇ ਵਿੱਚ ਮੁਰਦੇ ਨੂੰ ਰੱਖ ਦਿੰਦੇ ਨਾ ਸੰਸਕਾਰ ਕਰਨ ਵਾਸਤੇ, ਤੇ ਉਹ ਤੀਲੇ ਤੋੜ ਕੇ ਤੇ ਉੱਪਰ ਸੁੱਟਦੇ ਨੇ। ਤੀਲਾ ਤੋੜਨ ਤੋਂ ਭਾਵ ਕਿ ਤੇਰਾ ਸਾਡਾ ਰਿਸ਼ਤਾ ਟੁੱਟ ਗਿਆ, ਤੂੰ ਅੱਜ ਤੋਂ ਸਾਡਾ ਕੁਝ ਨਹੀਂ, ਅਸੀਂ ਤੇਰੇ ਕੁਝ। ਤੇ ਬਚਨ ਕਰਦੇ ਉੱਥੇ ਫਿਰ ਬੋਲਦੇ ਵੀ ਨੇ, ਜਤਰ ਆਇਆ ਤਤਰ ਗਸ਼ਤੀ, ਜਿੱਧਰੋਂ ਆਇਆ ਉਧਰ ਨੂੰ ਜਾ, ਕਿਤੇ ਤੇਰਾ ਖਿਆਲ ਪਿੱਛੇ ਨਾ ਰਹਿ ਜਾਵੇ। ਪੁੱਤਰਾਂ ਵਿੱਚ, ਬੱਚਿਆਂ ਵਿੱਚ, ਘਰ ਵਿੱਚ, ਪਰਿਵਾਰ ਵਿੱਚ ਤੇਰਾ ਖਿਆਲ ਨਾ ਰਵੇ। ਜਿੱਧਰੋਂ ਆਇਆ ਹੈ ਨਾ ਉਧਰ ਨੂੰ ਚਲੇ ਜਾ, ਸਾਨੂੰ ਤੰਗ ਨਾ ਕਰੀ। ਭਾਵੇਂ ਕਿ ਉਸ ਬੰਦੇ ਨੇ ਉਹਨਾਂ ਲੋਕਾਂ ਵਾਸਤੇ ਬੜਾ ਹੀ ਕੁਝ ਕੀਤਾ ਹੋਵੇ ਜ਼ਿੰਦਗੀ ਦੇ ਵਿੱਚ, ਪਰ ਜਦੋਂ ਉਹ ਚੱਲਿਆ ਨਾ ਦੁਨੀਆ ਤੋਂ, ਤੇ ਲੋਕਾਂ ਨੇ ਉਹਨੂੰ ਮਿਲਣ ਦੀ ਇੱਛਾ ਕੋਈ ਨਹੀਂ ਰੱਖੀ ਹੈ। ਸਾਰਿਆਂ ਨੇ ਆਖਿਆ ਜਿੱਧਰੋਂ ਆਇਆ ਉੱਧਰ ਜਾ, ਸਾਨੂੰ ਨਾ ਮਿਲੀ ਕਦੇ ਆ ਕੇ।
ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਇਹ ਹੈ ਦੁਨੀਆ ਦਾ ਵਰਤਾਰਾ। ਪਰ ਇਸ ਗੱਲ ਨੂੰ ਜਾਣਦਾ ਉਹ ਹੈ ਜਿਸ ਹੋਏ ਕਿਰਪਾਲ, ਜਿਹਦੇ ਤੇ ਪ੍ਰਮਾਤਮਾ ਕਿਰਪਾਲੂ ਹੋਵੇ, ਸੋਈ ਵਿਦ ਬੁਝੈ, ਉਹੀ ਇਸ ਵਿਧੀ ਨੂੰ ਜਾਣਦਾ ਹੈ। ਤਾਂ ਕਿ ਨਿਰਮਲ ਰੀਤ, ਗੁਰਮੁਖੋ ਉਹਦੀ ਮਰਿਆਦਾ ਨਿਰਮਲ ਹੈ, ਉਹ ਨਿਰਮਲ ਮਰਿਆਦਾ ਵਾਲਾ, ਉਹ ਪਵਿੱਤਰ ਮਰਿਆਦਾ ਵਾਲਾ ਹੈ। ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਸਫਲਾ ਹੈ, ਜਿਹਨੇ ਇਸ ਵਿਧੀ ਨੂੰ ਬੁੱਝ ਲਿਆ ਹੈ ਵੀ ਦੁਨੀਆ ਵਿੱਚ ਹੈ ਨਹੀਂ ਕੋਈ ਕਿਸੇ ਦਾ ਮੈਂ ਰੱਬ ਦੀ ਬੰਦਗੀ ਕਰ ਲਵਾਂ। ਜਿਹੜਾ ਇਸ ਤਰ੍ਹਾਂ ਜਾਣਦਾ ਹੈ ਨਾ, ਉਸ ਦੀ ਮਰਿਆਦਾ ਪਵਿੱਤਰ ਹੈ, ਉਹਦਾ ਜੀਵਨ ਵੀ ਪਵਿੱਤਰ, ਉਹ ਆਪ ਵੀ ਪਵਿੱਤਰ ਹੈ। ਰਾਉ ਮਾਤ ਪਿਤਾ ਬੰਤਾ ਸੁਤ ਬੰਦਪ, ਇਸ਼ਟ ਮੀਤ ਹਰ ਭਾਈ। ਗੁਰਮੁਖੋ ਅਸੀਂ ਦੁਨੀਆ ਵਿੱਚ ਰਹਿੰਦੇ ਹਾਂ ਨਾ, ਕੁਝ ਸਾਡੀਆਂ ਖਾਸ ਰਿਸ਼ਤੇਦਾਰੀਆਂ ਹੁੰਦੀਆਂ ਜਿਨ੍ਹਾਂ ਨਾਲ ਸਾਡਾ ਖਾਸ ਲਗਾਵ ਹੁੰਦਾ। ਦੁੱਖ ਤੇ ਸੁੱਖ ਦੇ ਸਮੇਂ ਸਾਨੂੰ ਉਹਨਾਂ ਨੂੰ ਬੁਲਾਉਣਾ ਪੈਂਦਾ, ਸਾਨੂੰ ਉਹਨਾਂ ਦੇ ਕੋਲ ਵੀ ਜਾਣਾ ਪੈਂਦਾ। ਭਾਵੇਂ ਜ਼ਿੰਦਗੀ ਵਿੱਚ ਕੋਈ ਮਾੜਾ ਮੋਟਾ ਮਨ ਮੁਟਾਵ ਹੋ ਜਾਵੇ, ਕੋਈ ਝਗੜਾ ਵੀ ਹੋ ਜਾਵੇ, ਪਰ ਕਈ ਰਿਸ਼ਤੇਦਾਰੀਆਂ ਐਸੀਆਂ ਨੇ ਸਭ ਕੁਝ ਭੁੱਲ ਕੇ ਉੱਥੇ ਖੜਨਾ ਪੈਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਨਾਮ ਲੈਂਦੇ ਕਹਿਣ ਲੱਗੇ ਮਾਤ ਪਿਤਾ, ਜਨਮ ਦੇਣ ਵਾਲੀ ਮਾਂ, ਭਾਵੇਂ ਉਹ ਕਿੰਨੇ ਵੀ ਕਰੜੇ ਸੁਭਾਅ ਦੀ ਮਾਲਕ ਕਿਉਂ ਨਾ ਹੋਵੇ, ਕਿੰਨਾ ਵੀ ਝਗੜਾ ਕਿਉਂ ਨਾ ਕਰਦੀ ਹੋਵੇ, ਕਿੰਨਾ ਵੀ ਆਪਣੇ ਪੁੱਤਰ ਨੂੰ ਜਾਂ ਧੀ ਨੂੰ ਪਸੰਦ ਕਿਉਂ ਨਾ ਕਰਦੀ ਹੋਵੇ, ਜਾਂ ਪਸੰਦ ਨਾ ਕਰਦੀ ਹੋਵੇ, ਪਰ ਜਦੋਂ ਉਸ ਮਾਂ 'ਤੇ ਬਿਪਤਾ ਪਵੇਗੀ ਨਾ, ਦੁੱਖ ਪਵੇਗਾ ਨਾ, ਤੇ ਬੱਚਿਆਂ ਨੂੰ ਖੜਨਾ ਪਵੇਗਾ। ਮਾਤ ਦੂਜਾ ਬਚਨ ਹੈ ਪਿਤਾ, ਜਿਹਨੇ ਪਾਲਿਆ, ਕਮਾਈ ਕਰ ਕਰਕੇ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਕਾਮਯਾਬ ਕੀਤਾ। ਪਰ ਜਦੋਂ ਪਿਤਾ ਦੇ ਉੱਪਰ ਬਿਪਤਾ ਪਈ ਹੈ, ਪਿਤਾ ਦੇ ਸਹਿਯੋਗ ਵਾਸਤੇ ਬੱਚਿਆਂ ਨੇ ਸੋਚਿਆ ਸਾਨੂੰ ਜਾਣਾ ਚਾਹੀਦਾ। ਮਾਤ ਪਿਤਾ ਬਣਤਾ ਨਾਮ ਗੁਰਮੁਖੋ ਘਰ ਵਾਲੀ ਦਾ, ਇਸਤਰੀ ਜਿਹੜੀ ਵਿਆਹ ਕੇ ਲਿਆਂਦੀ ਹੈ, ਲਾਣੇਦਾਰਨੀ ਹੈ। ਕਈ ਵਾਰੀ ਪੁੱਤਰ ਧੀਆਂ ਛੱਡ ਕੇ ਪਰੇ ਹੋ ਜਾਂਦੇ, ਪਰ ਜੀਵਨ ਸਾਥੀ ਫਿਰ ਵੀ ਇਕੱਠੇ ਰਹਿੰਦੇ ਦੁੱਖ ਸੁੱਖ ਦੇ ਜਿੰਨਾ ਚਿਰ ਉਹਨਾਂ ਦੀ ਉਮਰ ਆ। ਮਹਾਰਾਜ ਕਹਿਣ ਲੱਗੇ ਤੀਜੀ ਰਿਸ਼ਤੇਦਾਰੀ ਹੈ। ਪਹਿਲੇ ਰਿਸ਼ਤੇ ਖੂਨ ਦੇ ਸਨ, ਇਹ ਰਿਸ਼ਤਾ ਉਹ ਹੈ ਜਿਹੜਾ ਗੁਰੂ ਨੇ ਬਣਾਇਆ, ਸ਼ਾਸਤਰਕਾਰਾਂ ਨੇ ਬਣਾਇਆ। ਤੇ ਮਹਾਰਾਜ ਅੱਗੇ ਚੌਥਾ ਬਚਨ ਕਰਦੇ ਸੁੱਤ, ਸੁੱਤ ਨਾਮ ਪੁੱਤਰ ਦਾ। ਪੁੱਤ ਭਾਵੇਂ ਕਪੁੱਤ ਹੋ ਜਾਵੇ, ਝਗੜਾਲੂ ਹੋ ਜਾਵੇ, ਮਾਂ ਬਾਪ ਨੂੰ ਫਿਰ ਵੀ ਉਹਦਾ ਚੇਤਾ ਰਹਿੰਦਾ। ਮੋਹ ਹੈ ਨਾ ਪਰਮਾਤਮਾ ਨੇ ਪਾਇਆ ਹੋਇਆ। ਅੱਗੇ ਹੈ ਬੰਧਪ, ਬੰਧਪ ਕਹਿੰਦੇ ਗੁਰਮੁਖੋ ਰਿਸ਼ਤੇਦਾਰ ਨੂੰ, ਸਾਕ ਸੰਬੰਧੀ, ਕਿਸੇ ਦਾ ਕੋਈ ਮਾਮਾ, ਕੋਈ ਚਾਚਾ, ਕੋਈ ਦਾਦਾ, ਕਿਸੇ ਨੂੰ ਬਹੁਤਾ ਲਗਾਵ ਕਰਦਾ ਹੋਵੇ ਤੇ ਉਹਦਾ ਸਭ ਤੋਂ ਵੱਧ ਧਿਆਨ ਉਹਦੇ ਵੱਲ ਹੀ ਹੁੰਦਾ ਵੀ ਇਹਦੇ ਨਾਲ ਮੇਰਾ ਵੱਧ ਪਿਆਰ ਹੈ। ਆਪਣੇ ਮੂੰਹੋਂ ਬੁਰਕੀ ਕੱਢ ਕੇ ਵੀ ਉਹਦੇ ਮੂੰਹ ਵਿੱਚ ਪਾ ਦਿੰਦਾ ਜਿਹਦੇ ਨਾਲ ਪਿਆਰ ਹੋਵੇ, ਆਪਣਾ ਗਹਿਣਾ ਗੱਟਾ ਲਾ ਕੇ ਵੀ ਉਹਨੂੰ ਦੇ ਦਿੰਦਾ। ਕੋਈ ਖਾਸ ਰਿਸ਼ਤੇਦਾਰ ਜਿਹੜਾ ਸਾਰਿਆਂ ਤੋਂ ਨੇੜੇ ਹੋਵੇ। ਇਸ਼ਟ ਮੀਤ, ਇਸ਼ਟ ਮੀਤ ਤੋਂ ਭਾਵ ਜਿਹੜੇ ਪਿਆਰੇ ਪਿਆਰੇ ਮਿੱਤਰ ਨੇ, ਬਹੁਤੇ ਜਿਗਰੀ ਯਾਰ, ਬਚਪਨ ਦੇ ਦੋਸਤ, ਜਿਨ੍ਹਾਂ ਦੇ ਕੋਲ ਹਰੇਕ ਦੁੱਖ ਸੁੱਖ ਦੱਸਿਆ ਜਾ ਸਕਦਾ। ਕਈ ਵਾਰੀ ਮਨੁੱਖ ਆਪਣੇ ਮਾਤਾ ਪਿਤਾ ਤੋਂ, ਭੈਣਾਂ ਭਰਾਵਾਂ ਤੋਂ, ਘਰ ਦੇ ਸੰਬੰਧੀਆਂ ਰਿਸ਼ਤੇਦਾਰਾਂ ਤੋਂ ਗੱਲ ਛੁਪਾ ਲੈਂਦਾ ਵੀ ਗਾਹ ਨਾ ਕਿਤੇ ਚਲੇ ਜਾਵੇ, ਪਰ ਦੋਸਤਾਂ ਮਿੱਤਰਾਂ ਦੇ ਸਾਹਮਣੇ ਸਭ ਕੁਝ ਖੋਲ੍ਹ ਦਿੰਦਾ ਆਪਣਾ ਦਿਲ, ਜਿਹੜੇ ਪਿਆਰੇ ਮਿੱਤਰ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ਼ਟ ਮੀਤ, ਪਿਆਰੇ ਮਿੱਤਰ, ਤੇ ਫਿਰ ਭਾਈ ਨਾਮ ਭਰਾ ਦਾ, ਜਿਹੜੇ ਤੇਰੇ ਭਰਾ ਨੇ, ਭੈਣਾਂ ਨੇ, ਇਹ ਰਿਸ਼ਤੇਦਾਰੀਆਂ ਨੇ ਗੁਰਮੁਖੋ ਮਹਾਰਾਜ ਨੇ ਗਿਣੀਆਂ। ਇੱਕ ਹੈ ਮਾਤਾ ਪਿਤਾ, ਦੂਜਾ ਹੈ ਘਰਵਾਲੀ, ਤੀਜਾ ਹੈ ਪੁੱਤਰ, ਚੌਥਾ ਹੈ ਰਿਸ਼ਤੇਦਾਰ, ਪੰਜਵੇਂ ਨੇ ਪਿਆਰੇ ਮਿੱਤਰ, ਤੇ ਛੇਵਾਂ ਹੈ ਭਰਾ। ਇਹ ਜਿਹੜੀਆਂ 6-7 ਮੁੱਖ ਰਿਸ਼ਤੇਦਾਰੀਆਂ ਗਿਣੀਆਂ ਜਾਂਦੀਆਂ ਹਨ। ਪੂਰਬ ਜਨਮ ਕੇ ਮਿਲੇ ਸੰਜੋਗੀ, ਮਹਾਰਾਜ ਕਹਿਣ ਲੱਗੇ ਇਹ ਪਿਛਲੇ ਜਨਮ ਦਾ ਤੇਰਾ ਇਹਨਾਂ ਦੇ ਨਾਲ ਲੈਣ ਦੇਣ ਹੈ। ਕਿਸੇ ਕੋਲੋਂ ਲੈਣਾ, ਕਿਸੇ ਨੂੰ ਦੇਣਾ ਹੈ। ਇਹ ਉਸ ਸੰਯੋਗ ਕਰਕੇ, ਉਸ ਲੇਖ ਕਰਕੇ ਤੇਰੇ ਨਾਲ ਮਿਲੇ ਨੇ। ਈਸਾਈ ਮਤ ਇਹ ਗੱਲ ਕਹਿੰਦਾ ਹੈ ਵੀ ਜਨਮ ਨਹੀਂ ਹੈ ਜਾਂ ਕਰਮ ਕੋਈ ਨਹੀਂ ਹੈ, ਮਨੁੱਖ ਮਰਜ਼ੀ ਨਾਲ ਆਉਂਦਾ।
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਨਹੀਂ, ਇਹ ਤੇ ਪੂਰਬਲੇ ਜਨਮ ਪਿਛਲੇ ਜਨਮਾਂ ਦਾ ਸੰਯੋਗ ਹੈ। ਕਿਸੇ ਨੂੰ ਦੁੱਖ ਦਿੱਤਾ ਸੀ, ਕਿਸੇ ਨੂੰ ਸੁੱਖ ਦਿੱਤਾ ਸੀ, ਕਿਸੇ ਕੋਲੋਂ ਧਨ ਲਿਆ ਹੈ, ਕਿਸੇ ਨੂੰ ਧਨ ਦਿੱਤਾ ਹੈ, ਤੇ ਫਿਰ ਉਹਨਾਂ ਕਰਮਾਂ ਨੂੰ ਭੋਗਣ ਵਾਸਤੇ ਇਹ ਵਿਅਕਤੀ ਸੰਸਾਰ ਵਿੱਚ ਆਉਂਦਾ। ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਪਿਛਲੇ ਜਨਮਾਂ ਦਾ ਸੰਯੋਗ ਬਣਿਆ। ਜਿਹੜੇ ਸਾਨੂੰ ਅੱਜ ਮਾਤਾ ਪਿਤਾ ਮਿਲੇ ਨੇ, ਪੁੱਤਰ ਧੀਆਂ ਮਿਲੇ ਨੇ, ਭੈਣ ਭਰਾ ਮਿਲੇ ਨੇ, ਪਿਛਲੇ ਜਨਮਾਂ ਦੀ ਕਰਮਾਂ ਦੀ ਸਾਡੀ ਨਿਸ਼ਾਨੀ ਹੈ। ਹੁਣ ਗੁਰਮੁਖੋ, ਇੱਕ ਵਿਅਕਤੀ ਉਹ ਹੈ ਜਿਹੜਾ ਰਾਜੇ ਦੇ ਘਰੇ ਪੈਦਾ ਹੁੰਦਾ, ਸ਼ਾਹੂਕਾਰ ਦੇ ਘਰੇ ਬੱਚਾ ਪੈਦਾ ਹੋਇਆ। ਇੱਕ ਬੱਚਾ ਉਹ ਹੈ ਜਿਹੜਾ ਭਿਖਾਰੀ ਦੇ ਘਰੇ ਪੈਦਾ ਹੋਇਆ। ਹੁਣ ਬੱਚੇ ਜਨਮ ਤੇ ਦੋਨਾਂ ਦਾ ਇੱਕੋ ਵਰਗਾ, ਪਰ ਇੱਕ ਨੂੰ ਜਨਮ ਤੋਂ ਹੀ ਦੁੱਖ ਨੇ, ਇੱਕ ਨੂੰ ਜਨਮ ਤੋਂ ਹੀ ਸੁੱਖ ਨੇ। ਇੱਕ ਤੇ ਜੰਮਿਆ ਹੀ ਰਾਜਾ ਹੈ, ਉਹਨੇ ਰਾਜ ਭਾਗ ਤੇ ਬੈਠਣਾ। ਬਚਪਨ ਵੀ ਸੁੱਖ ਨਾਲ, ਜਵਾਨੀ ਵੀ ਸੁੱਖ ਨਾਲ, ਬੁਢੇਪਾ ਵੀ ਸੁੱਖ ਨਾਲ ਬਤੀਤ ਹੋਇਆ। ਇੱਕ ਵਿਚਾਰਾ ਜੰਮਦਿਆਂ ਹੀ ਭੁੱਖਾ ਰਿਹਾ, ਸਾਰੀ ਉਮਰ ਮੰਗਦਾ ਰਹੇਗਾ ਤੇ ਮੰਗਦਾ ਮੰਗਦਾ ਮਰ ਜਾਏਗਾ। ਪਰ ਇਹ ਕਰਮਾਂ ਦੀ ਦਾਤ ਹੈ, ਜਿਹੋ ਜਿਹਾ ਕਰਮ ਕੀਤਾ ਉਹੋ ਜਿਹਾ ਜਨਮ ਮਿਲ ਗਿਆ। ਧੰਨ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਕ ਵਾਰੀ ਇੱਕ ਬਾਜ ਨੂੰ ਤਿੱਤਰ ਦਾ ਮਾਸ ਖਵਾਉਂਦੇ ਪਏ। ਤਿੱਤਰ ਵੀ ਹੱਥ ਵਿੱਚ ਫੜਿਆ ਹੋਇਆ ਤੇ ਬਾਜ ਨੂੰ ਵੀ ਆਪਣੇ ਹੱਥ 'ਤੇ ਬਿਠਾਇਆ, ਤੇ ਬਾਜ ਜਿਹੜਾ ਨਾ ਉਹ ਚੁੰਝਾਂ ਭਰਦਾ ਪਿਆ, ਬੂਟੀਆਂ ਭਰ ਭਰ ਕੇ ਮਾਸ ਦੀਆਂ ਖਾਂਦਾ, ਤੇ ਉਹ ਤਿੱਤਰ ਦਾ ਖੂਨ ਮਹਾਰਾਜ ਦੇ ਹੱਥਾਂ ਦੇ ਉੱਪਰ ਵੀ ਲੱਗਾ ਹੋਇਆ। ਇੰਨੇ ਚਿਰ ਨੂੰ ਇੱਕ ਸ਼ਾਹੂਕਾਰ ਆਇਆ। ਉਹਦੀ ਮਨ ਦੀ ਬਿਰਤੀ ਇਹ ਸੀ ਵੀ ਗੁਰੂ ਬੜਾ ਨਿਰਲੇਪ ਹੋਵੇਗਾ, ਬੜਾ ਨਰਮ ਦਿਲ ਹੋਵੇਗਾ, ਬੜਾ ਦਇਆਵਾਨ ਹੋਵੇਗਾ, ਬੜੀ ਮਿਹਰ ਵਾਲਾ ਹੋਵੇਗਾ। ਜਦੋਂ ਵੇਖਿਆ ਵੀ ਮਹਾਰਾਜ ਤੇ ਬਾਜ ਨੂੰ ਮਾਸ ਖਵਾਉਂਦੇ ਪਏ, ਹੈਰਾਨ ਹੋ ਗਿਆ। ਕਹਿਣ ਲੱਗਾ, ਕੈਸਾ ਗੁਰੂ ਹੈ, ਇਹਨੂੰ ਦਇਆ ਹੀ ਕੋਈ ਨਹੀਂ ਆਉਂਦੀ, ਇਹਨੂੰ ਧਰਮ, ਇਹਦੇ ਵਿੱਚ ਕੋਈ ਇਨਸਾਨੀਅਤ ਨਹੀਂ ਹੈ ਵੀ ਇੱਕ ਜੀਵ ਨੂੰ ਚੁੰਝਾਂ ਭਰਵਾ ਕੇ ਤੇ ਖਵਾ ਰਿਹਾ, ਉਹ ਵਿਚਾਰਾ ਚੀਂ ਚੀਂ ਕਰਕੇ ਤੜਫਦਾ ਪਿਆ। ਮਨ ਵਿੱਚ ਇਹ ਸੰਕਲਪ ਆਇਆ ਤੇ ਸਤਿਗੁਰਾਂ ਦੇ ਕੋਲ ਆ ਗਿਆ, ਮੱਥਾ ਟੇਕਿਆ। ਮਹਾਰਾਜ ਨੂੰ ਪਤਾ ਲੱਗ ਗਿਆ, ਜਾਣੀ ਜਾਨ ਸਤਿਗੁਰਾਂ ਨੇ ਬਿਠਾ ਲਿਆ। ਕਹਿਣ ਲੱਗੇ, ਤੈਨੂੰ ਇਹ ਲੱਗਦਾ ਹੈ ਵੀ ਅਸੀਂ ਨਿਰਦਇਆ ਕਰਦੇ ਪਏ ਹਾਂ, ਵੀ ਇਹਨੂੰ ਖਵਾਉਂਦੇ ਪਏ ਹਾਂ, ਦੁੱਖ ਦਿੰਦੇ ਪਏ ਤੇ ਇਹਨੂੰ ਸੁੱਖ ਦਿੰਦੇ ਪਏ। ਤੇਰੇ ਮਨ ਵਿੱਚ ਇਹ ਗੱਲ ਆ ਗਈ ਆ ਵੀ ਸਾਡੇ ਮਨ ਵਿੱਚ ਦਇਆ ਕੋਈ ਨਹੀਂ, ਪਰ ਤੈਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਕਰਮਾਂ ਦਾ ਲੇਖਾ ਹੈ। ਮਹਾਰਾਜ, ਕੀ ਲੇਖਾ ਆਪ ਜੀ ਦੱਸੋ। ਕਹਿਣ ਲੱਗੇ, ਜਿਹੜਾ ਤਿੱਤਰ ਬਣਿਆ ਨਾ ਤੇ ਜਿਹੜਾ ਬਾਜ ਬਣਿਆ, ਇਹਨਾਂ ਦਾ ਇੱਕ ਦੂਜੇ ਨਾਲ ਲੈਣਾ ਦੇਣਾ ਹੈ ਪਿਛਲੇ ਜਨਮ ਦਾ। ਇਹਨਾਂ ਨੇ ਸਾਨੂੰ ਜਾਮਨ ਪਾਇਆ ਵੀ ਗੁਰੂ ਜਾਮਨ ਹੈ ਆਪਣਾ ਦੋਨਾਂ ਦਾ। ਜੇ ਆਪਾਂ ਆਪਣੇ ਬਚਨ ਤੋਂ ਮੁਕਰੀਏ, ਸਾਨੂੰ ਜਾਮਨ ਪਾ ਕੇ, ਜ਼ਿੰਮੇਵਾਰ ਬਣਾ ਕੇ, ਸਾਡੀ ਗਵਾਹੀ ਪਾ ਕੇ ਇਹਨਾਂ ਨੇ ਕੰਮ ਸ਼ੁਰੂ ਕੀਤਾ, ਤੇ ਇਹਨਾਂ ਨੇ ਇੱਕ ਦੂਜੇ ਦੇ ਧਨ ਨੂੰ ਮਾਰਿਆ ਹੈ। ਜਿਹਨੇ ਧਨ ਖਾਧਾ ਉਹ ਤਿੱਤਰ ਬਣਿਆ, ਜਿਹਨੇ ਖਵਾਇਆ ਉਹ ਬਾਜ ਬਣਿਆ। ਦੋਵਾਂ ਦਾ ਸੰਕਲਪ ਇਹ ਸੀ ਵੀ ਗੁਰੂ ਸਾਡਾ ਰਾਖਾ, ਗੁਰੂ ਜਾਮਨ ਹੈ। ਅਸੀਂ ਤੇ ਆਪਣੀ ਜਾਮਨੀ ਪੂਰੀ ਕਰਦੇ ਪਏ ਹਾਂ, ਇਹਦਾ ਮਾਸ ਖਵਾ ਕੇ ਇਹਦਾ ਲੇਖਾ ਪੂਰਾ ਕਰ ਰਹੇ ਹਾਂ, ਤਾਂ ਕਿ ਸਾਨੂੰ ਜਾਮਨ ਤੇ ਪਾਇਆ ਪਰ ਅੱਗੇ ਇਹਨੂੰ ਜਨਮਾਂ ਵਿੱਚ ਨਾ ਪੈਣਾ ਪਵੇ। ਇੱਕ ਵਾਰੀ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਇਹ ਬਚਨ, ਇਹ ਸਾਖੀ 10ਵੇਂ ਪਾਤਸ਼ਾਹ ਦੇ ਜੀਵਨ ਵਿੱਚ ਹੈ। ਮਹਾਰਾਜ ਇਹ ਫਰਮਾਉਂਦੇ ਨੇ ਵੀ ਇਹ ਕਰਮਾਂ ਦਾ ਲੇਖਾ ਹੁੰਦਾ। ਕਈ ਵਾਰੀ ਅਸੀਂ ਬੜਾ ਰੋਂਦੇ ਕਿ ਮੇਰੇ ਪੁੱਤਰ ਧੀਆਂ ਕਿੱਧਰ ਨੂੰ ਚਲੇ ਗਏ, ਜਾਂ ਮੇਰੇ ਪੁੱਤਰ ਧੀਆਂ ਮੈਨੂੰ ਦੁੱਖ ਦਿੰਦੇ, ਮੇਰਾ ਮਾਂ ਬਾਪ ਮੈਨੂੰ ਦੁੱਖ ਦਿੰਦਾ, ਮੇਰੇ ਭੈਣਾਂ ਭਰਾ ਮੈਨੂੰ ਦੁੱਖ ਦਿੰਦੇ। ਦੁੱਖ ਤੈਨੂੰ ਕੋਈ ਨਹੀਂ ਦਿੰਦਾ, ਦੁੱਖ ਤੇਰੇ ਕਰਮਾਂ ਦਾ ਹੈ। ਜਿਵੇਂ ਦੇ ਕਰਮ ਪਿਛਲੇ ਜਨਮਾਂ ਵਿੱਚ ਕੀਤੇ ਨੇ, ਉਹੋ ਜਿਹਾ ਉਹਨਾਂ ਦਾ ਫਲ ਤੂੰ ਭੋਗਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਤੇ ਪਿਛਲੇ ਜਨਮਾਂ ਦਾ ਜਿਵੇਂ ਦਾ ਸੰਯੋਗ ਹੋਇਆ, ਲੈਣਾ ਦੇਣਾ, ਖਾਣਾ ਪੀਣਾ, ਉਹ ਸੰਯੋਗ ਦੇ ਕਰਕੇ ਤੈਨੂੰ ਮਿਲੇ ਹਨ। ਅੰਤ ਹੈ ਕੋ ਨਾ ਸਹਾਈ। ਅੰਤ ਵੇਲੇ ਕਿਸੇ ਨੇ ਸਹਾਇਤਾ ਨਹੀਂ ਕਰਨੀ। ਇਹ ਝਾਕ ਨਾ ਰੱਖੀ ਵੀ ਮੈਨੂੰ ਮੌਤ ਆਵੇਗੀ ਤੇ ਮੇਰੀ ਥਾਂ ਤੇ ਕੋਈ ਹੋਰ ਅੱਗੇ ਲੱਗ ਜਾਏਗਾ ਵੀ ਚਲੋ ਮੈਂ ਮਰ ਜਾਣਾ, ਤੂੰ ਰਹਿਣ ਦੇ। ਨਹੀਂ, ਜਦੋਂ ਅੰਤ ਵੇਲਾ ਆਵੇਗਾ, ਪੈਸਾ ਤੇ ਤੇਰੇ ਤੇ ਕੋਈ ਖਰਚ ਸਕਦਾ, ਵਧੀਆ ਡਾਕਟਰ ਜਾਂ ਹਕੀਮ ਤੇ ਕੋਈ ਬੁਲਾ ਸਕਦਾ, ਇਲਾਜ ਤੇ ਕੋਈ ਕਰਵਾ ਸਕਦਾ, ਪਰ ਮਰੇ ਦੇ ਨਾਲ ਮਰਦਾ ਕੋਈ ਨਹੀਂ। ਜਾਂ ਕਹਿ ਲਈਏ ਵੀ ਮਰੇ ਦੇ ਥਾਂ ਤੇ ਕੋਈ ਨਹੀਂ ਮਰਦਾ। ਕਦੇ ਪੁੱਤਰ ਨੇ ਨਹੀਂ ਆਖਿਆ ਵੀ ਬਾਪੂ ਤੂੰ ਨਾ ਮਰ ਤੇ ਮੈਂ ਮਰ ਜਾਂਦਾ। ਮਰਨ ਵਾਲੇ ਦੀ ਥਾਂ ਤੇ ਕੋਈ ਨਹੀਂ ਮਰਦਾ। ਅੰਤ ਹੈ ਕੋ ਨਾ ਸਹਾਈ। ਜਦੋਂ ਅੰਤ ਵੇਲਾ ਆਇਆ, ਉਦੋਂ ਕਿਸੇ ਨੇ ਵੀ ਕਿਸੇ ਦੇ ਨਾਲ ਨਹੀਂ ਜਾਣਾ ਹੈ।
ਇਹ ਸੰਸਾਰ ਦੀ ਐਸੀ ਬਿਰਤੀ ਹੈ। ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੁਕਤ ਮਾਲ, ਭਾਵੇਂ ਤੂੰ ਕਿੰਨਾ ਵੀ ਅਮੀਰ ਹੋ ਜਾ ਤੇ ਸੁੱਚੇ ਮੋਤੀਆਂ ਦੀ ਮਾਲਾ ਗਲ ਵਿੱਚ ਪਾ ਲਾ। ਸੁੱਚੇ ਮੋਤੀਆਂ ਦੀ ਮਾਲਾ ਮਹਿੰਗੀ ਹੈ ਨਾ, ਬੜੇ ਬੜੇ ਕੀਮਤੀ ਮਾਲਾ ਦੇ ਨਾਗ ਹੁੰਦੇ, ਤੇ ਮਾਲਾ ਦਾ ਕਈ ਤਰ੍ਹਾਂ ਦਾ ਭਾਅ ਹੁੰਦਾ, ਰੇਟ ਹੁੰਦਾ, ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਵੀ ਮਾਲਾ ਖਰੀਦੀਆਂ ਜਾਂਦੀਆਂ, ਉਹਨਾਂ ਦੇ ਮਣਕੇ ਖਰੀਦੇ ਜਾਂਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੜਾ ਅਮੀਰ ਹੋ ਗਿਆ, ਬੜੀ ਸੋਹਣੀ ਮਾਲਾ ਮੋਤੀਆਂ ਦੀ ਮਹਿੰਗੀ ਗਲ ਵਿੱਚ ਪਾ ਲਈ। ਮੁਕਤ ਮਾਲ, ਮੋਤੀਆਂ ਦੀ ਮਾਲਾ, ਤੇ ਕਨਕ ਲਾਲ, ਕਨਕ ਕਹਿੰਦੇ ਗੁਰਮੁਖੋ ਸੋਨੇ ਨੂੰ, ਸੋਨੇ ਦੇ ਗਹਿਣੇ, ਚੂੜੀਆਂ, ਕੜੇ, ਮੁੰਦਰੀਆਂ, ਛਾਪਾਂ, ਜੰਜੀਰੀਆਂ, ਹਾਰ, ਬੜਾ ਕੁਝ ਬਣਾਇਆ, ਉਹ ਵੀ ਗਲ ਵਿੱਚ ਪਾ ਲੈ। ਅਮੀਰੀ ਹੈ, ਧਨ ਹੈ ਕੋਲ। ਲਾਲ ਹੀਰਾ, ਬੜੇ ਬੜੇ ਸੋਹਣੇ ਲਾਲ ਤਰਾਸ਼ ਤਰਾਸ਼ ਕੇ ਹੀਰੇ, ਤਰਾਸ਼ ਤਰਾਸ਼ ਕੇ ਸੋਨੇ ਵਿੱਚ ਜੜ ਲੈ। ਉਹ ਜੜੇ ਹੋਏ ਸੋਨੇ ਦੇ ਤਾਜ ਜਿਹਦੇ ਵਿੱਚ ਹੀਰੇ ਲੱਗੇ ਹੋਏ, ਸਿਰ ਉੱਪਰ ਮੁਕਟ ਪਾ ਲੈ, ਗਲ ਵਿੱਚ ਕੈਂਠੇ ਪਾ ਲੈ, ਗਲ ਵਿੱਚ ਹਾਰ ਪਾ ਲੈ। ਅਮੀਰੀ ਦੀ ਨਿਸ਼ਾਨੀ ਹੈ ਨਾ। ਰਾਜਿਆਂ ਦਾ ਜੀਵਨ ਐਸਾ ਹੁੰਦਾ, ਸ਼ਾਹੂਕਾਰਾਂ ਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੁੱਚੇ ਮੋਤੀਆਂ ਦੀ ਮਾਲਾ ਪਾਈ ਬੈਠਾ ਹੈ, ਕਣਕ ਕਨਕਈਏ ਸੋਨੇ ਦੇ ਗਹਿਣੇ ਪਾਈ ਬੈਠਾ ਹੈ। ਉਹਨਾਂ ਸੋਨੇ ਦੇ ਗਹਿਣਿਆਂ ਵਿੱਚ ਬੜੇ ਬੜੇ ਕੀਮਤੀ ਬੇਸ਼ੁਮਾਰ ਲਾਲ ਜੜੇ ਹੋਏ ਨੇ, ਉਹਦੇ ਵਿੱਚ ਬੜੇ ਸੋਹਣੇ ਹੀਰੇ ਜੜੇ ਹੋਏ ਨੇ। ਐਸਾ ਸਭ ਕੁਝ ਬਣਾ ਕੇ ਠਾਠ ਬਾਠ ਬੈਠਾ ਹੈ। ਮਨ ਰੰਜਨ ਕੀ ਮਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਸਾਰੀ ਪਰਮਾਤਮਾ ਦੀ ਹੈ। ਹੀਰਾ ਵੀ ਉਹਨੇ ਬਣਾਇਆ, ਲਾਲ ਵੀ ਉਹਨੇ ਬਣਾਇਆ, ਸੋਨਾ ਵੀ ਉਹਨੇ ਬਣਾਇਆ, ਮੋਤੀ ਵੀ ਉਹਨੇ ਬਣਾਏ। ਇਹ ਜੋ ਕੁਝ ਦਿਸਦਾ ਪਿਆ ਨਾ, ਸਭ ਕੁਝ ਮਾਇਆ ਤੇ ਸਭ ਕੁਝ ਪਰਮਾਤਮਾ ਹੀ ਬਣਾਉਣ ਵਾਲਾ ਹੈ। ਉਹੀ ਇਸ ਦਾ ਮਾਲਕ ਹੈ। ਫਿਰ ਬਖਸ਼ਿਸ਼ ਕਰਦੇ ਹਨ। ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ। ਮਹਾਰਾਜ ਕਹਿਣ ਲੱਗੇ ਇਹ ਮੋਤੀ ਹੀਰੇ ਜਵਾਹਰਾਤ ਜਿੰਨੀਆਂ ਵੀ ਵਸਤੂਆਂ ਗਿਣੀਆਂ ਨੇ, ਇਹ ਸਾਰੀਆਂ ਮਨ ਰੰਜਨ ਕੀ ਮਾਇਆ, ਇਹ ਮਨ ਨੂੰ ਖੁਸ਼ ਕਰਨ ਵਾਲੀਆਂ ਚੀਜ਼ਾਂ ਨੇ। ਹੀਰਾ ਵੇਖਿਆ ਤੇ ਕਹਿਣ ਲੱਗਾ ਵਾਹ ਬੜਾ ਸੋਹਣਾ। ਲਾਲ ਵੇਖਿਆ ਕਹਿਣ ਲੱਗਾ ਵਾਹ ਇਹ ਉਸ ਤੋਂ ਵੀ ਬੜਾ ਸੋਹਣਾ। ਬੜਾ ਮਨ ਖੁਸ਼ ਹੁੰਦਾ। ਕਿਸੇ ਨੇ ਨਹੀਂ ਵੇਖਿਆ, ਮੈਂ ਵੇਖਿਆ ਹੈ। ਬੜੀ ਸੋਹਣੀ ਮੋਤੀਆਂ ਦੀ ਮਾਲਾ, ਬੜੇ ਸੋਹਣੇ ਗਹਿਣੇ ਵੇਖ ਵੇਖ ਕੇ ਮਨ ਖੁਸ਼ ਕਰਦਾ ਹੈ, ਮਨ ਖੁਸ਼ ਹੁੰਦਾ ਹੈ। ਕਹਿਣ ਲੱਗੇ ਮਾਇਆ ਹੀ ਰੱਬ ਨੇ ਇਹੋ ਜਿਹੀ ਬਣਾਈ ਹੈ, ਮਨ ਨੂੰ ਖੁਸ਼ ਕਰਨ ਵਾਲੀ ਹੈ ਔਰ ਮਨ ਨੂੰ ਆਪਣੀ ਤਰਫ ਖਿੱਚਣ ਵਾਲੀ ਹੈ, ਆਪਣੇ ਵਾਲੇ ਪਾਸੇ ਲੈ ਕੇ ਆਉਣ ਵਾਲੀ ਹੈ। ਇਹ ਜੋ ਕੁਝ ਵੀ ਵਸਤੂਆਂ ਗਿਣੀਆਂ ਨੇ ਸਾਰੀਆਂ ਤੇਰੇ ਮਨ ਨੂੰ ਖੁਸ਼ ਕਰਨ ਵਾਲੀਆਂ ਹਨ। ਹਾਹਾ ਕਰਤ ਬਿਹਾਨੀ ਅਵਦਾ। ਗੁਰਮੁਖੋ ਹਾ ਹਾ ਕਰਤ, ਹਾਏ ਮਾਇਆ, ਹਾਏ ਮਾਇਆ, ਹਾਏ ਮਾਇਆ। ਇਹ ਕਰਦਿਆਂ ਬਿਹਾਨੀ ਅਵਦਾ ਹੈ, ਉਮਰਾਂ ਬਤੀਤ ਹੋ ਗਈ। 60 ਸਾਲ ਦਾ ਹੋ ਗਿਆ, 70 ਦਾ ਹੋ ਗਿਆ, 80 ਦਾ ਹੋ ਗਿਆ, 100 ਸਾਲ ਦਾ ਹੋ ਗਿਆ, ਉਮਰਾਂ ਲੰਘ ਗਈ ਹੈ। ਪਰ ਮਨ ਵਿੱਚੋਂ ਮਾਇਆ ਦਾ ਸੰਕਲਪ ਨਹੀਂ ਮੁੱਕਿਆ, ਮਾਇਆ ਦਾ ਧਿਆਨ ਨਹੀਂ ਮੁੱਕਿਆ, ਸਗੋਂ ਸੂਮ ਹੋ ਗਿਆ। ਪਹਿਲਾਂ ਜੇ ਕੋਈ ਰਿਸ਼ਤੇਦਾਰਾਂ ਦਾ ਜਵਾਕ ਆਉਂਦਾ ਸੀ ਤੇ ਉਹਨੂੰ ਹੋ ਸਕਦਾ 500 ਵੀ ਦਿੰਦਾ ਹੋਵੇ। ਹੁਣ ਜਿਵੇਂ ਜਿਵੇਂ ਬੁੱਢਾ ਹੁੰਦਾ ਜਾਂਦਾ ਹੈ ਨਾ, ਉਵੇਂ ਉਵੇਂ ਉਹ 500 ਤੋਂ 100, 10, 20, 50 ਤੇ ਹੀ ਆ ਗਿਆ। ਮਨ ਹੋਰ ਸੁੰਗੜ ਗਿਆ, ਹੋਰ ਲੋਭ ਆ ਗਿਆ। ਆ ਵੀ ਬਣਾ ਲਵਾਂ, ਆ ਵੀ ਬਣ ਜਾਵੇ, ਆਹ ਚੀਜ਼ ਮੇਰੀ ਹੋ ਜਾਵੇ। ਦੂਜਿਆਂ ਨਾਲ ਝਗੜਾ ਕਰਦਾ, ਇੱਥੋਂ ਤੱਕ ਝਗੜੇ ਵਿੱਚ ਪੈ ਜਾਂਦਾ ਹੈ, ਮੋਹ ਵਿੱਚ ਪੈ ਜਾਂਦਾ ਹੈ, ਲੋਭ ਦੇ ਵਿੱਚ ਪੈ ਜਾਂਦਾ ਹੈ। ਜੇ ਕਿਸੇ ਨਾਲ ਝਗੜਾ ਹੁੰਦਾ ਨਾ ਜ਼ਮੀਨ ਜਾਇਦਾਦ ਨੂੰ ਲੈ ਕੇ, ਘਰ-ਬਾਰ ਨੂੰ ਲੈ ਕੇ, ਆਪਣੇ ਪੁੱਤਰਾਂ ਨੂੰ ਆਖਦਾ ਹੈ ਜਦੋਂ ਝਗੜਾ ਹੋਵੇਗਾ ਤੁਸੀਂ ਹੀ ਮੈਨੂੰ ਅੱਗੇ ਕਰ ਦਿਓ, ਮੈਂ ਅੱਗੇ ਹੋ ਕੇ ਮਰ ਜਾਵਾਂਗਾ, ਇਹਨਾਂ ਦੇ ਕੇਸ ਪੈ ਜਾਏਗਾ, ਜਾਇਦਾਦ ਤੁਹਾਨੂੰ ਮਿਲ ਜਾਏਗੀ। ਇੰਨਾ ਡੁੱਬ ਗਿਆ, ਇੰਨਾ ਖਚਤ ਹੋ ਗਿਆ ਵੀ ਮੈਂ ਮਰ ਕੇ ਵੀ ਇਹਨਾਂ ਦੇ ਕੰਮ ਆ ਜਾਵਾਂ, ਇਹਨਾਂ ਦਾ ਕੁਝ ਨਾ ਕੁਝ ਬਣਾ ਜਾਵਾਂ, ਇਹਨਾਂ ਦਾ ਬਣ ਜਾਵੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਾਂ ਹਾਂ ਕਰਤ ਬਿਹਾਨੀ ਅਵਦਾ। ਹਾਏ ਮਾਇਆ, ਹਾਏ ਮਾਇਆ ਕਰਦਿਆਂ ਸਾਰੀ ਉਮਰਾਂ ਲੰਘ ਜਾਂਦੀ ਹੈ। 100 ਸਾਲ ਦਾ ਹੋ ਗਿਆ। ਤੇ ਗੁਰਮੁਖੋ ਇਹ ਮਾਇਆ ਦਾ ਸੰਕਲਪ ਨਾ ਸਾਰਿਆਂ ਦੇ ਮਨ ਵਿੱਚ ਹੀ ਹੈ। ਕੋਈ ਇਹ ਨਾ ਆਖੇ ਵੀ ਮੈਂ ਬੜਾ ਨਿਰਲੇਪ ਆ, ਨਿਰਲੇਪ ਕੋਈ ਨਹੀਂ ਹੈ। ਸਾਰੇ ਹੀ ਇਹਦੇ ਵਿੱਚ ਗ੍ਰਸੇ ਹੋਏ ਨੇ। ਇੱਕ ਪਰਮਾਤਮਾ ਨਿਰਲੇਪ ਹੈ, ਪਰਮਾਤਮਾ ਦੇ ਪਿਆਰੇ ਨਿਰਲੇਪ ਨੇ। ਉਹਦੇ ਤੋਂ ਬਿਨਾਂ ਸਾਰੀ ਦੁਨੀਆ, ਭਾਵੇਂ ਕੋਈ ਰਾਜਾ ਹੈ, ਕੋਈ ਮਹਾਰਾਜਾ ਹੈ,
ਕੋਈ ਸ਼ਾਹੂਕਾਰ ਹੈ, ਸਾਰੇ ਇਹਦੇ ਵਿੱਚ ਡੁੱਬੇ ਹੋਏ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰਿਆਂ ਨੂੰ ਇਸ ਨੇ ਗਰਸਿਆ ਹੋਇਆ ਹੈ। ਤਾਂ ਮਹਿ ਸੰਤੋਖ ਨਾ ਪਾਇਆ। ਗੁਰਮੁਖੋ ਇਹਦੇ ਵਿੱਚ ਸੰਤੋਖ ਨਹੀਂ ਮਿਲਿਆ ਕਿਸੇ ਨੂੰ। ਜੇ ਆਪਾਂ ਆਖੀਏ ਨਾ ਵੀ ਮੈਂ ਇੱਕ ਹੀਰਾ ਲੈ ਲਵਾਂ ਤੇ ਰੱਜ ਜਾਵਾਂਗਾ, ਨਹੀਂ, ਦੂਜੇ ਹੀਰੇ ਦੀ ਪਿਆਸ ਫਿਰ ਜਾਗੇਗੀ, ਦੂਜੇ ਤੋਂ ਬਾਅਦ ਵਿੱਚ ਤੀਜਾ। ਧਨ ਦੌਲਤ ਦੇ ਨਾਲ ਰੱਜਿਆ ਕੋਈ ਨਹੀਂ। ਅੰਗਰੇਜ਼ ਨੇ ਦੁਨੀਆ ਤੇ ਰਾਜ ਕੀਤਾ ਹੈ, ਦੁਨੀਆ ਦੇ ਵੱਡੇ ਵੱਡੇ ਖਜ਼ਾਨੇ ਚੁੱਕ ਕੇ ਵੱਖ-ਵੱਖ ਦੇਸ਼ਾਂ ਤੋਂ ਆਪਣੇ ਦੇਸ਼ ਲੈ ਗਿਆ। ਬੜੀਆਂ ਬੜੀਆਂ ਕੀਮਤੀ ਵਸਤੂਆਂ, ਸੋਨੇ ਦੀਆਂ ਕੁਰਸੀਆਂ, ਵਧੀਆ ਵਧੀਆ ਹੀਰੇ, ਲਾਲ ਜਵਾਹਰਾਤ, ਪਤਾ ਨਹੀਂ ਕਿੰਨਾ ਕੁ ਧਨ ਦੌਲਤ, ਇੱਕ ਦੇਸ਼ ਦੀ ਨਹੀਂ ਕਈਆਂ ਦੇਸ਼ਾਂ ਦੀ। ਇੰਨਾ ਕੁਝ ਲੈਣ ਦੇ ਬਾਵਜੂਦ ਵੀ ਰੱਜ ਨਹੀਂ ਆਇਆ। ਭੁੱਖ ਤੇ ਫਿਰ ਵੀ ਹੈ, ਦੂਜੇ ਨੂੰ ਦੱਬਣ ਦੀ, ਦੂਜੇ ਨੂੰ ਖਾਣ ਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਾਂ ਮੈਂ ਸੰਤੋਖ ਨਾ ਪਾਇਆ। ਮਾਇਆ ਦੇ ਵਿੱਚ ਕਿਸੇ ਨੇ ਕਦੇ ਤ੍ਰਿਪਤੀ ਨਹੀਂ ਪਾਈ। ਕੋਈ ਇਹ ਨਹੀਂ ਕਹਿ ਸਕਦਾ ਮੈਂ ਰੱਜ ਗਿਆ। ਭੁੱਖ ਤੇ ਰਾਜਿਆਂ ਦੀ ਨਹੀਂ ਮਿਟੀ ਹੈ। ਇੱਕ ਰਾਜਾ ਦੂਜੇ ਦੇਸ਼ ਵੱਲ ਤੋਪਾਂ ਕਰਕੇ, ਟੈਂਕ ਕਰਕੇ ਖਲੋਤਾ ਵੀ ਕਦੋਂ ਮੌਕਾ ਮਿਲੇ ਮੈਂ ਇਹਨੂੰ ਵੀ ਖਾ ਜਾਵਾਂ, ਇਹਨੂੰ ਵੀ ਨਸ਼ਟ ਕਰਦੇ ਆ। ਜੰਗ ਚੱਲਦਾ ਪਿਆ ਨਾ ਰੂਸ ਦਾ ਕਿਸੇ ਦੇਸ਼ ਦੇ ਨਾਲ, ਉਹ ਕਿਸੇ ਵੀ ਮਸਲੇ ਤੇ ਜੰਗ ਹੋਇਆ ਹੋਵੇ, ਪਰ ਹੈ ਤੇ ਦੂਜੇ ਨੂੰ ਬਰਬਾਦ ਕਰਨ ਦੀ ਇੱਛਾ ਹੈ, ਦੂਜੇ ਨੂੰ ਹੜੱਪ ਜਾਣ ਦੀ ਇੱਛਾ, ਖਾ ਜਾਣ ਦੀ ਇੱਛਾ ਹੈ। ਸੰਤੋਖ ਤੇ ਉਹਨਾਂ ਰਾਜਿਆਂ ਨੂੰ ਨਹੀਂ ਆਇਆ ਜਿਹੜੇ ਵੱਡੇ ਦੇਸ਼ ਦੇ ਮਾਲਕ ਨੇ। ਆਮ ਬੰਦੇ ਦੀ ਕੀ ਗੱਲ ਹੈ। ਮਹਾਰਾਜ ਕਹਿਣ ਲੱਗੇ ਇਹਦੇ ਵਿੱਚ ਸੁਖ ਨਹੀਂ ਹੈ। ਹਸਤ ਰਥ ਹਸਵ ਪਵਨ ਤੇਜ, ਤਣੀ ਭੂਮਣ ਚਤਰਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵੇਂ ਤੇਰੇ ਕੋਲ ਹਸਤ ਕਹੀਏ ਹਾਥੀ ਆ ਜਾਣ, ਹਾਥੀ ਆਮ ਬੰਦਾ ਨਹੀਂ ਰੱਖ ਸਕਦਾ। ਹਾਥੀ ਰੱਖੇਗਾ ਰਾਜਾ, ਮਹਾਰਾਜਾ, ਸ਼ਾਹੂਕਾਰ, ਜਿਹੜਾ ਬੰਦਾ ਅਮੀਰ ਹੈ। ਤੂੰ ਆਪਣੇ ਕੋਲ ਹਾਥੀ ਰੱਖ ਲੈ, ਇੰਨੇ ਜੋਗਾ ਤੂੰ ਹੋ ਗਿਆ ਵੀ ਹਾਥੀ ਨੂੰ ਪਾਲ ਸਕੇ, ਹਾਥੀ ਰੱਖ ਲੈ ਕੋਲ। ਦੂਜਾ ਬਚਨ ਮਹਾਰਾਜ ਕਰਦੇ ਰਥ ਵੀ ਤੇਰੇ ਕੋਲ ਆ ਜਾਣ। ਇਹ ਹਾਥੀ ਤੇ ਰਥ ਅਸਲ ਵਿੱਚ ਰਾਜਿਆਂ ਕੋਲ ਹੁੰਦੇ। ਰਾਜਿਆਂ ਦੇ ਜਿਹੜੇ ਵਜ਼ੀਰ ਸਨ ਉਹ ਰਥਾਂ ਤੇ ਚੱਲਦੇ, ਜਾਂ ਉਹਨਾਂ ਦੀਆਂ ਫੌਜਾਂ ਦੇ ਜਿਹੜੇ ਅਹਿਲਕਾਰ ਸਨ, ਸੈਨਾਪਤੀ, ਹਾਥੀਆਂ ਤੇ ਚੜ੍ਹ ਕੇ ਫੌਜ ਨੂੰ ਦਿਸ਼ਾ ਨਿਰਦੇਸ਼ ਦਿੰਦੇ ਵੀ ਇੱਧਰੋਂ ਲੜੋ, ਇਸ ਤਰ੍ਹਾਂ ਕਰੋ, ਉੱਚੀ ਥਾਂ ਤੇ ਬੈਠ ਕੇ। ਕਹਿਣ ਲੱਗੇ ਰਾਜਾ ਬਣ ਗਿਆ, ਹਾਥੀ ਲੈ ਲੈ, ਰਥ ਲੈ ਲੈ। ਅੱਜ ਆਪਾਂ ਕਹਿ ਦਈਏ ਵੀ ਗੱਡੀਆਂ ਕਾਰਾਂ ਲੈ ਲਈਆਂ, ਹਵਾਈ ਜਹਾਜ਼ ਲੈ ਲੈ, ਹੈਲੀਕਾਪਟਰ ਲੈ ਲੈ, ਇਹ ਸਭ ਕੁਝ ਖਰੀਦ ਲਿਆ। ਅਸਵ ਪਵਨ, ਅਸਵ ਤੋਂ ਭਾਵ ਹੁੰਦਾ ਗੁਰਮੁਖੋ ਘੋੜਾ, ਤੇ ਘੋੜਾ ਵੀ ਉਹ ਲੈ ਲਿਆ ਜਿਹੜਾ ਹਵਾ ਦੇ ਨਾਲ ਗੱਲਾਂ ਕਰੇ, ਹਵਾ ਦੇ ਵਾਂਗ ਦੌੜੇ। ਪਵਨ ਕਹਿੰਦੇ ਹਵਾ ਨੂੰ, ਹਵਾ ਦੇ ਵਾਂਗ ਭੱਜਣ ਵਾਲਾ ਹੋਵੇ, ਇੰਨਾ ਦੌੜੇ ਵੀ ਹਵਾ ਵੀ ਪਿੱਛੇ ਹੀ ਰਵੇ ਤੇ ਹਵਾ ਤੋਂ ਵੀ ਅੱਗੇ ਨਿਕਲ ਜਾਵੇ। ਅਰਬ ਦੇਸ਼ ਵਿੱਚੋਂ, ਤੁਰਕ ਦੇਸ਼ ਵਿੱਚੋਂ ਖਰੀਦ ਕੇ ਲਿਆਂਦਾ ਹੋਵੇ, ਕਾਬਲੀ ਘੋੜਾ ਹੋਵੇ। ਐਸੇ ਘੋੜਿਆਂ ਦੀ ਫੌਜ ਵੀ ਰੱਖ ਲਈ ਹੈ। ਤੇ ਮਹਾਰਾਜ ਕਹਿਣ ਲੱਗੇ ਤੇਜ ਧਨੀ, ਤੇਜ ਪ੍ਰਤਾਪ ਹੋਵੇ, ਜਾਂ ਕਹਿ ਲਈਏ ਵੀ ਤੇਜ ਭੱਜਣ ਵਾਲਾ ਘੋੜਾ ਹੋਵੇ, ਜਾਂ ਕਹਿ ਲਈਏ ਵੀ ਤੇਜ ਪ੍ਰਤਾਪ ਬੜਾ ਹੋਵੇ, ਜਿੱਧਰ ਨੂੰ ਮੂੰਹ ਕਰੇ ਲੋਕੀ ਸਲਾਮਾਂ ਕਰ ਦੇਣ, ਐਸਾ ਤੇਜ ਹੋਵੇ। ਤੇ ਧਨੀ ਹੋਵੇ, ਧਨ ਦਾ ਪਤਾ ਹੀ ਨਾ ਹੋਵੇ ਵੀ ਕਿੰਨੇ ਮੇਰੇ ਕੋਲ ਖਜ਼ਾਨੇ ਨੇ, ਕਿੰਨੇ ਮੇਰੇ ਬੈਂਕ ਦੇ ਵਿੱਚ ਅਕਾਊਂਟ ਨੇ, ਕਿੰਨੇ ਮੇਰੇ ਕੋਲ ਹੀਰੇ ਜਮ੍ਹਾਂ ਨੇ, ਕਿੰਨਾ ਸੋਨਾ ਜਮ੍ਹਾਂ। ਇਹੋ ਜਿਹਾ ਧਨੀ ਹੋਵੇ, ਮਾਇਆ ਦੀ ਗਿਣਤੀ ਤੋਂ ਪਰੇ ਹੋਵੇ, ਪਤਾ ਹੀ ਨਾ ਹੋਵੇ ਮਾਇਆ ਕਿੰਨੀ ਕੁ ਪਈ ਹੈ। ਤੇ ਅਗਲਾ ਬਚਨ ਮਹਾਰਾਜ ਕਹਿਣ ਲੱਗੇ ਭੂਮਣ ਚਤੁਰਾਂਗਾ। ਭੂਮਣ ਤੋਂ ਭਾਵ ਹੈ ਭੂਮ ਦਾ ਮਾਲਕ ਹੋਵੇ। ਭੂਮ ਕਹਿੰਦੇ ਧਰਤੀ ਨੂੰ, ਧਰਤੀ ਦਾ ਮਾਲਕ ਹੋਵੇ। ਜਿਵੇਂ ਆਪਾਂ ਕਹਿ ਦਿੰਦੇ ਹਾਂ ਜਗੀਰਦਾਰ, ਜਗੀਰਦਾਰ ਤੋਂ ਭਾਵ ਹੁੰਦਾ ਵੀ ਜਗੀਰ ਦਾ ਮਾਲਕ, ਜਿਹਦੇ ਕੋਲ ਕਈ ਸੈਂਕੜੇ, ਕਈ ਏਕੜ ਜ਼ਮੀਨ ਹੋਵੇ, ਐਡਾ ਵੱਡਾ ਜਗੀਰਦਾਰ ਵੀ ਬਣ ਜਾਵੇ। ਕਈ ਪਿੰਡਾਂ ਵਿੱਚ, ਕਈ ਜ਼ਿਲ੍ਹਿਆਂ ਵਿੱਚ ਪਹੁੰਚ ਹੋਵੇ, ਜਾਂ ਕਈ ਜ਼ਿਲ੍ਹਿਆਂ ਦੀ ਜ਼ਮੀਨ ਉਹਦੇ ਇਕੱਲੇ ਕੋਲ ਹੀ ਹੋਵੇ। ਵੱਡੇ ਵੱਡੇ ਜਿਹੜੇ ਘਰਾਣੇ ਨੇ ਨਾ, ਅਰਬ ਖਰਬਪਤੀ, ਉਹ ਸਾਡੇ ਵਾਂਗੂ 1-2 ਕਿੱਲੇ ਜ਼ਮੀਨ ਨਹੀਂ ਖਰੀਦਦੇ, ਹਜ਼ਾਰਾਂ ਏਕੜ ਇਕੱਠੀ ਖਰੀਦਦੇ ਜਦੋਂ ਵੀ ਖਰੀਦਦੇ। ਔਰ ਇੱਕ ਦੇਸ਼ ਵਿੱਚ ਨਹੀਂ ਖਰੀਦਦੇ, ਕਈ ਦੇਸ਼ਾਂ ਵਿੱਚ ਉਹਨਾਂ ਨੇ ਜਾਇਦਾਦਾਂ ਖਰੀਦੀਆਂ ਹੋਈਆਂ, ਫਸਲ ਪੈਦਾ ਕਰਦੇ, ਉਹਦਾ ਵਪਾਰ ਕਰਦੇ। ਮਹਾਰਾਜ ਕਹਿਣ ਲੱਗੇ ਜਗੀਰਦਾਰ ਬਣ ਜਾਵੇ, ਚਤੁਰੰਗਾ, 4 ਤਰ੍ਹਾਂ ਦੀ ਫੌਜ ਵੀ ਰੱਖ ਲਵੇ, ਹਾਥੀਆਂ ਤੇ ਚੜ੍ਹ ਕੇ ਚੱਲਣ ਵਾਲੀ, ਘੋੜਿਆਂ ਤੇ ਚੜ੍ਹ ਕੇ ਚੱਲਣ ਵਾਲੀ, ਰਥ ਉੱਪਰ ਚੜ੍ਹ ਕੇ ਚੱਲਣ ਵਾਲੀ, ਔਰ ਪੈਦਲ ਚੱਲਣ ਵਾਲੀ 4 ਤਰ੍ਹਾਂ ਦੀ ਫੌਜ ਵੀ ਕੋਲ ਰੱਖ ਲਵੇ।
ਇੰਨਾ ਵੱਡਾ ਅਮੀਰ ਜਾਂ ਰਾਜਾ ਬਣ ਜਾਣਾ ਕਰੇ। ਸੰਗ ਨਾ ਚਾਲਿਓ ਇਨ ਮੈਂ ਕਛੁਆ ਊਠ ਸਦਾਇਓ ਨਾਂਗਾ। ਇਹਦੇ ਵਿੱਚੋਂ ਤੇਰੇ ਨਾਲ ਕੁਝ ਨਹੀਂ ਜਾਣਾ ਹੈ। 4 ਤਰ੍ਹਾਂ ਦੀ ਫੌਜ, ਰਾਜਾ ਮਰੇਗਾ ਫੌਜ ਨਾਲ ਥੋੜੀ ਮਰਦੀ ਹੈ। ਮਹਾਰਾਜ ਕਹਿਣ ਲੱਗੇ ਛੂਟਤ ਨਾਹੀ ਕੋਟ ਲਖ ਬਾਹੀ। ਰਾਜੇ ਦੇ ਕੋਲ 1 ਲੱਖ ਫੌਜ ਹੈ। ਰਾਜਾ ਮਰੇਗਾ ਤੇ ਇਹਦਾ ਮਤਲਬ ਇਹ ਥੋੜਾ ਵੀ ਫੌਜ ਵੀ ਨਾਲ ਹੀ ਮਰ ਜਾਏਗੀ। ਫੌਜ ਰਾਜੇ ਨੂੰ ਮੌਤ ਤੋਂ ਨਹੀਂ ਬਚਾ ਸਕਦੀ, ਜੰਗ ਤੋਂ ਤੇ ਬਚਾ ਲਵੇਗੀ ਪਰ ਜੰਗ ਤੋਂ ਬਚੇਗਾ ਜੇ ਵਧੀ ਹੋਈ ਹੈ। ਜੇ ਮੌਤ ਦਾ ਸਮਾਂ ਆ ਗਿਆ ਤੇ ਕੋਈ ਫੌਜ ਰਾਜੇ ਨੂੰ ਬਚਾ ਨਹੀਂ ਸਕਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾ ਫੌਜ ਨਾਲ ਜਾਣੀ ਨਾ ਫੌਜ ਬਚਾ ਸਕਦੀ ਹੈ। ਹੀਰੇ ਮੋਤੀ ਜਵਾਹਰਾਤ ਹਾਥੀ ਘੋੜੇ ਜਿੰਨੇ ਵੀ ਆਪਾਂ ਗਿਣੇ ਨੇ ਹੁਣ ਤੱਕ, ਇਹਦੇ ਵਿੱਚੋਂ ਤੇਰੇ ਨਾਲ ਕੁਝ ਨਹੀਂ ਜਾਣਾ। ਬਾਦਸ਼ਾਹ ਸਿਕੰਦਰ ਨੇ ਆਖਿਆ ਸੀ ਜਦੋਂ ਮਰ ਕੇ ਮੈਂ ਦੁਨੀਆ ਤੋਂ ਜਾਵਾਂ ਮੇਰੇ ਪੈਰ ਤੇ ਹੱਥ ਨੰਗੇ ਰੱਖੇ ਜਾਣ ਤੇ ਵੈਦ ਹਕੀਮ ਮੇਰੀ ਅਰਥੀ ਨੂੰ ਮੋਢਾ ਦੇਣ। ਕਿਸੇ ਨੇ ਪੁੱਛਿਆ ਕਿਉਂ? ਕਹਿਣ ਲੱਗਾ ਦੁਨੀਆ ਨੂੰ ਦੱਸਾਂ ਐਡਾ ਵੱਡਾ ਬਾਦਸ਼ਾਹ ਹੱਥੋਂ ਵੀ ਖਾਲੀ ਗਿਆ ਤੇ ਪੈਰੋਂ ਵੀ ਨੰਗਾ ਗਿਆ, ਲੈ ਕੇ ਕੁਝ ਨਹੀਂ ਗਿਆ। ਮਹਾਰਾਜ ਕਹਿਣ ਲੱਗੇ ਇਹਦੇ ਵਿੱਚੋਂ ਜਾਣਾ ਕੁਝ ਨਹੀਂ ਹੈ। ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ। ਤੇਰੇ ਤੋਂ ਪਹਿਲਾਂ ਬੜੇ ਬੜੇ ਸੋਹਣੇ ਰੂਪ ਵਾਲੇ ਜਿਨ੍ਹਾਂ ਨੂੰ ਵੇਖ ਕੇ ਮਨ ਮੋਹਿਆ ਜਾਂਦਾ ਸੀ, ਬੜੇ ਬੜੇ ਸੋਹਣੇ ਰੰਗ ਵਾਲੇ, ਗੋਰਾ ਚਿੱਟਾ ਰੰਗ ਇਹੋ ਜਿਹਾ ਦੁਨੀਆ ਤੇ ਹੋਏ, ਬੜੀ ਬੜੀ ਸੁਗੰਧੀ ਲਾਉਣ ਵਾਲੇ, ਅਤਰ ਫਲੈਲ ਮਹਿੰਗੇ ਤੋਂ ਮਹਿੰਗਾ ਬੁਲਾ ਕੇ ਮੰਗਾ ਕੇ ਸਰੀਰ ਤੇ ਲਾਉਣਾ ਜਿਹਦੀ ਕਈ ਦਿਨ ਖੁਸ਼ਬੂ ਨਾ ਜਾਵੇ, ਤੇ ਬੜੇ ਬੜੇ ਜਿਨ੍ਹਾਂ ਨੇ ਭੋਗ ਕੀਤੇ ਪਦਾਰਥਾਂ ਦੇ। ਮਹਾਰਾਜ ਕਹਿਣ ਲੱਗੇ ਤਿਆਗ ਚੱਲੇ, ਉਹ ਸਭ ਕੁਝ ਛੱਡ ਕੇ ਚਲੇ ਗਏ। ਨਾ ਰੰਗ ਗਿਆ, ਨਾ ਰੂਪ ਗਿਆ, ਨਾ ਸੁਗੰਧੀ ਵਾਲੀਆਂ ਵਸਤੂਆਂ ਨਾਲ ਗਈਆਂ। ਮਾਇਆ ਛਲੇ, ਮਾਇਆ ਨੇ ਛਲ ਲਿਆ ਉਹਨਾਂ ਨੂੰ। ਕਨਕ ਕਾਮਨੀ, ਘਰ ਵਾਲੀਆਂ ਇਸਤਰੀਆਂ, ਇੱਕ ਵਿਆਹ ਦੇ ਨਾਲ ਮਨ ਨਹੀਂ ਰੱਜਿਆ, 4-4 5-5 10-10 20-20 ਵਿਆਹ ਕਰਵਾਏ। ਵਿਆਹ ਕਰਾਉਣ ਵਾਲੀਆਂ ਇਸਤਰੀਆਂ ਦੇ ਗਲ ਵਿੱਚ ਸੋਨੇ ਦੇ ਗਹਿਣੇ, ਹੀਰਿਆਂ ਦੇ ਗਹਿਣੇ ਵੀ ਪਾ ਲਏ, ਪਰ ਮਹਾਰਾਜ ਕਹਿਣ ਲੱਗੇ ਤਿਆਗ ਚੱਲੇ। ਸਾਰੀਆਂ ਘਰ ਵਾਲੀਆਂ ਸਮੇਤ ਗਹਿਣਿਆਂ ਦੇ ਛੱਡ ਕੇ ਆਪ ਚਲੇ ਗਏ, ਨਾਲ ਕੋਈ ਨਹੀਂ ਨਿਭਿਆ। ਮਹਾਰਾਜ ਬਖਸ਼ਿਸ਼ ਕਰਦੇ ਭੰਡਾਰ ਦਰਬ ਅਰਬ ਖਰਬ, ਭੰਡਾਰ ਖਜ਼ਾਨੇ ਭਰ ਲੈ 1 ਅਰਬ ਦੇ ਨਾਲ, ਨਹੀਂ ਅਰਬ ਵੀ ਥੋੜਾ, ਫਿਰ 1 ਖਰਬ ਦੇ ਨਾਲ 100 ਅਰਬ ਇਕੱਠਾ ਕੀਤਾ ਤੇ ਖਰਬ ਬਣਿਆ। ਖਰਬਾਂ ਦੇ ਨਾਲ, ਅਰਬਾਂ ਦੇ ਨਾਲ, ਦੌਲਤਾਂ ਦੇ ਨਾਲ ਖਜ਼ਾਨੇ ਭਰ ਲੈ। ਵੇਖ ਲੀਲਾ ਮਨਸਾ ਆਧਾਰ ਹੈ। ਮਾਇਆ ਦੇ ਨਾਲ ਕਈ ਕੌਤਕ ਕਰਵਾਉਂਦਾ, ਨਾਚ ਕਰਾਉਂਦਾ, ਭਗੜੇ ਪਵਾਉਂਦਾ, ਯਾਚੀਆਂ ਕਰਦਾ, ਤਰ੍ਹਾਂ ਤਰ੍ਹਾਂ ਦੇ ਕੰਮ ਕਰਵਾਉਂਦਾ, ਵੇਖਦਾ ਹੈ ਮਨ ਨੂੰ ਖੁਸ਼ ਕਰਨ ਵਾਸਤੇ। ਨਹਿ ਸੰਗ ਗਾਮਨੀ, ਮਹਾਰਾਜ ਕਹਿਣ ਲੱਗੇ ਇਹਦੇ ਵਿੱਚੋਂ ਸੰਗ ਤੇਰੇ ਨਾਲ ਕਿਸੇ ਨੇ ਨਹੀਂ ਹੋ ਜਾਣਾ। ਭਾਵੇਂ ਹੀਰਾ ਮੋਤੀ ਹੈ, ਭੰਡਾਰ ਹੈ, ਦਰਬ ਹੈ, ਖਰਬ ਹੈ, ਜਿੰਨਾ ਮਰਜ਼ੀ ਹੈ, ਕੋਈ ਨਾਲ ਨਹੀਂ ਚੱਲਿਆ। ਸੁੱਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਛਾਵਨੀ। ਪੁੱਤਰਾਂ ਨੂੰ ਵੇਖ ਲਿਆ, ਧੀਆਂ ਨੂੰ ਵੇਖ ਲਿਆ, ਰਿਸ਼ਤੇਦਾਰਾਂ ਨੂੰ ਵੇਖ ਲਿਆ। ਮਹਾਰਾਜ ਕਹਿਣ ਲੱਗੇ ਇਹ ਤੇ ਰੁੱਖ ਦੀ ਛਾਂ ਵਰਗੇ ਨੇ। ਅੱਜ ਸੂਰਜ ਪੂਰਬ ਦੇ ਵੱਲ ਹੈ ਤੇ ਛਾਂ ਪੱਛਮ ਦੇ ਵੱਲ ਹੈ। ਸ਼ਾਮ ਨੂੰ ਸੂਰਜ ਪੱਛਮ ਵੱਲ ਜਾਏਗਾ, ਛਾਂ ਪੂਰਬ ਵੱਲ ਆਏਗੀ। ਇਹ ਜਿੰਨੀਆਂ ਵੀ ਰਿਸ਼ਤੇਦਾਰੀਆਂ ਸਾਕ ਸੰਬੰਧੀ ਨੇ ਰੁੱਖ ਦੀ ਛਾਂ ਵਾਂਗ ਇੱਕ ਥਾਂ ਤੇ ਟਿਕਣ ਵਾਲੇ ਨੇ। ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ। ਰੁੱਖ ਦੀ ਛਾਂ ਨਾਲ ਕਾਹਦਾ ਮੋਹ ਲਾਉਣਾ ਬੰਦਿਆ, ਛਾਂ ਨੇ ਤੇ ਪਰੇ ਹੋ ਜਾਣਾ, ਤੈਨੂੰ ਪਛਤਾਉਣਾ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚਰਨ ਕਮਲ ਸਰਣ ਨਾਨਕ ਸੁਖ ਸੰਤ ਭਾਵਨੀ। ਗੁਰੂ ਦੀ ਸ਼ਰਨ ਫੜ ਕੇ ਸੰਤਾਂ ਦੀ ਸ਼ਰਨ ਵਿੱਚ ਚਲੇ ਜਾ, ਉੱਥੇ ਨਾਮ ਜਪੇਗਾ, ਸੁਖ ਮਿਲੇਗਾ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਊਠ ਸਧਾਇਓ ਨਾਂਗਾ। ਦੁਨੀਆ ਤੋਂ ਨੰਗੇ ਜਾਣਾ, ਹੱਥ ਪੈਰ ਵੀ ਖਾਲੀ ਹੱਥ ਇੱਥੋਂ ਜਾਣਾ ਹੈ। ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ ਤਾਂ ਕਾ ਹਰ ਹਰ ਗਾਈਐ। ਮਹਾਰਾਜ ਨੂੰ ਪੁੱਛਿਆ ਮਹਾਰਾਜ ਅਸੀਂ ਤੇ ਡਰ ਗਏ ਹਾਂ ਮਨ ਕਰਕੇ, ਪੁੱਤਰ ਧੀਆਂ ਖਿਆਨੇ ਮਾਇਆ ਪਦਾਰਥ ਕੁਝ ਨਹੀਂ ਨਾਲ ਜਾਣਾ, ਫਿਰ ਕੀ ਕਰੀਏ? ਕਿਹੜਾ ਕੰਮ ਹੈ ਜਿਹੜਾ ਕਰਨਾ ਚਾਹੀਦਾ, ਜਿਹੜਾ ਨਾਲ ਜਾਵੇ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਹਰ ਕੇ ਸੰਤ
ਜਿਹੜੇ ਪਰਮਾਤਮਾ ਦੇ ਸੰਤ ਨੇ, ਸ਼ਾਂਤ ਚਿੱਤ ਮਹਾਤਮਾ ਨੇ, ਗੁਰਮੁਖ ਨੇ। ਪ੍ਰੇ ਪ੍ਰੀਤਮ ਪ੍ਰਭ ਕੇ, ਉਹ ਪਰਮਾਤਮਾ ਦੇ ਬੜੇ ਹੀ ਪਿਆਰੇ ਨੇ, ਲਾਡਲੇ ਨੇ। ਉਹਨਾਂ ਲਾਡਲੇ ਸੰਤਾਂ ਦੇ ਲੜ ਲੱਗ ਕੇ ਤਾਕੈ ਹਰ ਹਰ ਗਾਈਐ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਕਹਿਣਾ ਕਰੀਏ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸ਼ਰਨ ਵਿੱਚ ਬੈਠ ਕੇ ਵਾਹਿਗੁਰੂ ਮੰਤਰ ਨੂੰ ਜਪੀਏ। ਇਹ ਮੰਤਰ ਤੇਰੇ ਨਾਲ ਜਾਣਾ ਹੈ। ਨਾਨਕ ਇਹਾ ਸੁਖ ਆਗੇ ਮੁਖ ਉਜਲ, ਸੰਗ ਸੰਤਨ ਕਹਿ ਪਾਈਐ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਇਹਾ ਸੁਖ, ਨਾਮ ਜਪੇਗਾ ਇੱਥੇ ਸੁਖ ਮਿਲੇਗਾ। ਇਹਾ ਖਾਟ ਚਲੋ ਹਰ ਲਾਹਾ ਆਗੇ ਬਸਨ, ਸੁਹੇਲਾ, ਇੱਥੇ ਲਾਭ ਖਟੇਗਾ ਤੇ ਅੱਗੇ ਸੁਖ ਮਿਲੇਗਾ। ਇਹਾ ਸੁਖ, ਇੱਥੇ ਮਿਲੇਗਾ ਸੁਖ। ਆਗੇ ਮੁਖ ਉਜਲ, ਅੱਗੇ ਹੋਵੇਗਾ ਮੁਖ ਉਜਲਾ, ਚੜ੍ਹਦੀ ਕਲਾ ਵਾਲਾ। ਜੈ ਜੈਕਾਰ ਹੋਵੇਗੀ ਜਦੋਂ ਪਰਲੋਕ ਨੂੰ ਜਾਏਗਾ। ਜੈ 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 ਸੁਰਲੋਕ। ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਕੁਰਬਾਨੀ ਦਿੱਤੀ ਹੈ, ਸੀਸ ਦਿੱਤਾ ਹੈ। ਪਰਲੋਕ ਦੇ ਵਿੱਚ ਵੀ ਦੇਵਤੇ ਜੈ ਜੈਕਾਰ ਕਰਦੇ। ਕਹਿਣ ਲੱਗੇ ਐਸਾ ਭਲੇ ਦਾ ਕੰਮ ਕਰੇਗਾ, ਇੱਥੇ ਮੁਖ ਉਜਲਾ, ਪਰਲੋਕ ਵਿੱਚ ਜੈ ਜੈਕਾਰ ਹੈ। ਪਰ ਇਹ ਸਭ ਕੁਝ ਸੰਗ ਸੰਤਨ ਕਹਿ ਪਾਈਐ। ਜਦੋਂ ਸਾਧੂ ਦੀ ਸੰਗਤ ਵਿੱਚ ਜਾਏਗਾ, ਇਹ ਨਾਮ ਉੱਥੋਂ ਮਿਲਣਾ ਹੈ। ਇੱਥੇ ਵੀ ਜੈ ਜੈਕਾਰ ਤਾਂ ਹੋਣੀ ਹੈ, ਪਰਲੋਕ ਵਿੱਚ ਵੀ ਤਾਂ ਹੋਣੀ ਹੈ ਜੇ ਤੇਰੇ ਕੋਲ ਨਾਮ ਜਪਿਆ ਹੋਵੇਗਾ। ਤੇ ਗੁਰਮੁਖੋ, ਕੋਈ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ, ਕੋਈ ਸਿੱਖ ਹੈ, ਆਪਣੇ ਧਰਮ ਦੇ ਵੱਲੋਂ ਦਿੱਤਾ ਗਿਆ ਨਾਮ, ਹਿੰਦੂ ਰਾਮ ਰਾਮ ਨੂੰ ਕਵੇ ਤੇ ਸਿੱਖ ਵਾਹਿਗੁਰੂ ਨੂੰ ਕਵੇ। ਬਾਕੀ ਧਰਮਾਂ ਵਾਲੇ ਆਪਣੇ ਆਪਣੇ ਦਿੱਤੇ ਹੋਏ ਨਾਮ ਨੂੰ ਜਪਣ, ਤਾਂ ਇਸ ਲੋਕ ਵਿੱਚ ਮੁਖ ਉਜਲਾ ਤੇ ਪਰਲੋਕ ਵਿੱਚ ਤਾਂ ਮੁਖ ਉਜਲਾ ਹੋਣਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤੇ ਸਨ, ਕੋਈ ਜਾਣੈ ਕਵਣ ਇਹਾਂ ਜਗ ਮੀਤ। ਕੋਈ ਜਾਣਦਾ ਹੈ ਦੁਨੀਆ ਵਿੱਚ ਕੌਣ ਕਿਸੇ ਦਾ ਮਿੱਤਰ ਹੈ? ਤੇ ਫਿਰ ਦੱਸਿਆ ਨਹੀਂ, ਅਸਲ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ। ਮਿੱਤਰ ਕੇਵਲ ਇੱਕ ਪਰਮਾਤਮਾ ਦਾ ਨਾਮ ਹੈ, ਜਿਹੜਾ ਲੋਕ ਪਰਲੋਕ ਵਿੱਚ ਰਾਖੀ ਕਰਦਾ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਜਾਣ ਕੇ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਜਾਣ ਕੇ ਮੁਆਫ ਕਰਨੀਆਂ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ ਇਹਾ ਸੁਖ ਆਗੇ ਮੁਖ ਉਜਲ, ਸੰਗ ਸੰਤਨ ਕਹਿ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ